ਇੱਕ ਜਿਹੜੀ ਸਭ ਤੋਂ ਵੱਡੀ ਗੱਲ ਖੱਟ ਗਈ, ਲੋਕ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਤੁਸੀਂ ਕਹਿ ਰਹੇ ਹੋ ਮੇਰੀ ਮਿਆਦ ਖਤਮ ਹੋ ਗਈ ਹੈ। ਮੇਰੇ ਮੂੰਹ ਤੇ ਲੈ ਕੇ ਆਓ ਇਸ ਜੇ ਬੰਦੇ ਨੇ ਜਿਹੜੇ ਕਹਿੰਦੇ ਮੇਰੀ ਮੈਨੂੰ ਮੈਂ ਪਾਗਲ ਆ, ਮੈਨੂੰ ਨਹੀਂ ਪਤਾ ਹਲੇ ਇਲੈਕਸ਼ਨ ਨਹੀਂ ਹੋਈ ਕਿਉਂ ਮੇਰੀ ਮਿਆਦ ਖਤਮ ਹੋ ਜਾਏਗੀ। ਬੀਬੀ ਬਜਿੰਦਰ ਕੌਰ ਨੂੰ ਸਾਲ ਹੋ ਗਿਆ ਤੇ ਗੱਲ ਸੁਣੋ, ਕਹਿੰਦੀ ਮੇਰੀ ਮਿਆਦ ਹੀ ਖਤਮ ਹੋ ਗਈ, ਹੁਣ ਮੇਰੀ ਇਲੈਕਸ਼ਨ ਆ ਗਈ, ਮੇਰੀ ਕੋਸ਼ੀ ਨੇ ਗੱਲ ਸੁਣਦੀ। ਪਰ ਜਿੰਨੇ ਕਰ ਬੀਬੀ ਜੀ ਨੂੰ ਜਾ ਕੇ ਨਾ ਦੱਸਿਆ ਨਹੀਂ ਗਿਆ, ਉਹਨਾਂ ਜੇਕਰ ਮਸਲੇ ਨਹੀਂ ਹੱਲ ਹੋਵੇ, ਉਹ ਵੀ ਸਾਨੂੰ ਬੀਬੀ ਜੀ ਤੋਂ ਬਾਅਦ ਐਮਐਲਏ ਸਾਹਿਬ ਨੂੰ ਕਹਿਣਾ ਪਿਆ, ਬਹੁਤ ਸਾਰੇ ਆ ਹੋਰ ਐਫਰਟ ਜਲਾਉਣੇ ਪਿਆ, ਮਹਿਕਮੇ ਨੂੰ ਕਹਿਣਾ ਪਿਆ। ਪਰ ਬੀਬੀ ਜੀ ਦਾ ਥੋੜਾ ਜਿਹਾ ਰਾਜਸ਼ਾਹੀ ਵਾਲਾ ਹੀ ਕੰਮ ਰਿਹਾ, ਆਰਾਮਦਾਰੀ ਨਾਲ ਥੋੜਾ ਜਿਹਾ ਜ਼ਿਆਦਾ ਕੰਮ ਕੀਤਾ ਇਹਨਾਂ ਨੇ। ਲੋਕਾਂ ਨੇ ਕਿਹਾ ਕਿ ਤੁਸੀਂ ਕੰਮ ਤਾਂ ਕਰਵਾਇਆ, ਬਸ ਮੇਨਟੇਨੈਂਸ ਦੀ ਜਿਹੜੀ ਆ ਉਹ ਕਮੀ ਆ ਰਹੀ ਹੈ। ਆਈ ਨੋ ਚਲੋ ਸੜਕਾਂ ਦਾ ਬਣੀਆਂ ਇਹਨਾਂ ਨੂੰ, ਉਸ ਤੋਂ ਬਾਅਦ ਮੇਨਟੇਨੈਂਸ ਦੀ ਪ੍ਰੋਬਲਮ ਹਰ ਜਗ੍ਹਾ ਆਉਂਦੀ। ਆਪਾਂ ਜਿੱਥੇ ਵੀ ਕੋਈ ਕੰਮ ਕਰਾਈਏ ਤਾਂ ਉਹਦੀ ਮੇਨਟੇਨੈਂਸ ਸਭ ਤੋਂ ਜ਼ਰੂਰੀ ਨੇ, ਤਾਂ ਪੈਸੇ ਲੱਗ ਕੇ ਸਰਕਾਰਾਂ ਦੇ ਖਰਾਬ ਹੁੰਦੇ ਆ। ਐਜ ਪਰ ਲਾਜ ਜਿੰਨਾ ਵੀ ਕੰਮ ਹੁੰਦਾ ਸੀ ਕਰਵਾਇਆ ਉਹਨਾਂ ਨੇ, ਬਿਨਾਂ ਕਾਨੂੰਨ ਤੋਂ ਬਾਹਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਨਾ ਹੀ ਉਹਨਾਂ 'ਤੇ ਕੋਈ ਉਂਗਲ ਚੱਕ ਸਕਦੇ ਆ। ਕੋਈ ਵੀ ਅੱਜ ਵੀ ਸਰਕਾਰਾਂ ਫੜ ਅੰਦਰ ਦੇਈ ਜਾਂਦੀਆਂ ਨੇ, ਇਹਨਾਂ 'ਤੇ ਕੋਈ ਵੀ ਇੱਦਾਂ ਦਾ ਐਲੀਗੇਸ਼ਨ ਨਹੀਂ ਹੈ। ਪਰ ਲੋਕ ਕਹਿੰਦੇ ਸਾਨੂੰ ਸਾਲ ਡੇਢ ਸਾਲ ਹੋ ਗਿਆ ਇਹਨਾਂ ਮੁਸ਼ਕਿਲਾਂ ਨੂੰ ਜੂਝਦਿਆਂ ਨੂੰ, ਸਾਡਾ ਕੋਈ ਹੱਲ ਨਹੀਂ ਹੋਇਆ। ਇਹ ਕੋਈ ਨਵੀਂ ਨਹੀਂ ਹੈ ਕਿ ਹੁਣੀ ਮੁਸ਼ਕਿਲਾਂ ਸ਼ੁਰੂ ਹੋਈਆਂ ਨੇ, ਲੋਕ ਪਿਛਲੇ ਲੰਮੇ ਸਮੇਂ ਤੋਂ ਇਹ ਮੁਸ਼ਕਿਲਾਂ ਦੇਖ ਰਹੇ ਨੇ ਤੇ ਉਹਨਾਂ ਦਾ ਹੱਲ ਨਹੀਂ ਹੋ ਰਿਹਾ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਦੇਖੋ ਜੀ ਤੁਸੀਂ ਖੁਦ ਸੋਚੋ, ਸਾਡਾ ਸਾਲ ਦਾ ਕੋਟਾ ਵਾ, ਠੀਕ ਹੈ, ਅਸੀਂ 1 ਸਾਲ 'ਚ ਉਨਾ ਪੈਸਾ ਲਾਉਣਾ, ਫਿਰ ਜਿੰਨਾ ਸਾਡਾ ਕੰਮ ਹੋ ਗਿਆ, ਠੀਕ ਹੈ, ਫਿਰ ਨੈਕਸਟ ਈਅਰ ਕੋਟਾ ਆਊਗਾ। ਹੁਣ ਜਦੋਂ ਫਿਰ ਫਾਈਲ ਤਿਆਰ ਹੋਣ ਨੂੰ ਤੁਸੀਂ ਮਿਨੀਮਮ 6-7 ਮੰਥ ਲਗਾ ਲਓ, ਠੀਕ ਹੈ। ਉਹ ਫਿਰ ਜਦੋਂ ਸਾਲ ਦੀ ਸਾਲ ਜਦੋਂ ਪੈਸੇ ਆਉਣਗੇ ਤਾਂ ਫਿਰ ਉਦੋਂ ਹੀ ਫਾਈਲ ਕੱਢਾਂਗੇ ਨਾ ਜੀ। ਕਈ ਵਾਰੀ ਸਾਡੇ ਮਹੱਲੇ ਦੇ ਜਿਹੜੇ ਕਾਫੀ ਬੰਦੇ ਜਿਹੜੇ ਹੈਗੇ ਨੇ ਮੋਹਤਬਰ ਪ੍ਰਧਾਨ ਵਗੈਰਾ, ਉਹ ਵੀ ਜਾ ਕੇ ਉਹਨੂੰ ਕਹੇ ਨੇ, ਸਾਰਿਆਂ ਨੂੰ ਨੋਟਿਸ ਹੈਗਾ ਵਾ, ਪਰ ਕੋਈ ਨਹੀਂ ਕਰਦਾ। ਅਸੀਂ ਪਰਸਨਲੀ ਵੀ 2-4 ਵਾਰੀ ਇੱਥੇ ਪੈਚ ਲੱਗ ਰਹੇ ਸੀ ਅਰਬਨ ਸਾਈਡ ਦੇ ਵਿੱਚ, ਉਦੋਂ ਵੀ ਉਹਨਾਂ ਨੂੰ ਜਿਹੜੇ ਮੌਕੇ ਦੇ ਸੀਗੇ ਬੰਦੇ ਉਹ ਲਾ ਰਹੇ ਸੀਗੇ ਕਾਰਪੋਰੇਸ਼ਨ ਦੇ, ਉਹਨਾਂ ਨੂੰ ਵੀ ਜਾ ਕੇ ਬੇਨਤੀ ਕਰੀ ਵੀ ਤੁਸੀਂ ਇਹਨੂੰ ਜਿਹੜਾ ਹੈਗਾ ਕੰਪਲੀਟ ਕਰ ਦਿਓ, ਪਰ ਕੋਈ ਧਿਆਨ ਨਹੀਂ ਦਿੱਤਾ। ਜਿਹੜਾ 1.5 ਸਾਲ ਤੋਂ ਇੱਦਾਂ ਹੀ ਪੈਂਡਿੰਗ ਪਿਆ। ਇਹਨਾਂ ਦੀ ਕਾਰਗੁਜ਼ਾਰੀ ਮੈਂ ਐਵਰੇਜ ਹੀ ਮੰਨਦਾ ਜੀ, ਬਟ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਜਾ ਕੇ ਅਸੀਂ ਮੈਸੇਜ ਨਹੀਂ ਲਾਇਆ ਨਾ, ਕੰਪਲੇਂਟ ਨਹੀਂ ਕੀਤੀ, ਉਹਨਾਂ ਚਿਰ ਮਸਲੇ ਨਹੀਂ ਹੱਲ ਹੋਏ। ਮਾਰਕੀਟ ਕਿਹੜੀ ਦੀ ਗੱਲ ਕਰ ਰਹੇ ਹੋ? ਜਿਹੜੀ ਮਾਰਕੀਟ ਆਂਦੀ ਹੈ ਗੁਰੂ ਗਿਆਨ ਵਿਹਾਰ ਵਾਲੀ, ਗੁਰੂ ਗਿਆਨ ਵਿਹਾਰ ਰੋਡ ਤੇ ਬਾਹਰ ਮਾਰਕੀਟ, ਅਸੀਂ ਟਾਈਲਾਂ ਲਗਵਾਈਆਂ ਸੀ, ਉੱਥੇ ਸਫਾਈ ਦੀ ਦਿੱਕਤ ਆ ਰਹੀ ਹੈ। ਇੱਕ ਦਿਨ ਉਹਨਾਂ ਨੇ ਸੜਕਾਂ ਦਾ ਵਾਅਦਾ ਕੀਤਾ ਸੀ, ਸੜਕਾਂ ਨਹੀਂ ਬਣੀਆਂ। ਇੱਕ ਵਾਅਦਾ ਕੀਤਾ ਕਿ ਪੰਜਾਬੀ ਬਾਗ ਸਾਰੀ ਗਲੀ 'ਚ ਟਾਇਲਾਂ ਲੱਗਣਗੀਆਂ ਕੱਚੀ ਥਾਵਾਂ 'ਤੇ, ਬਾਕੀ ਸਾਰੀ ਗਲੀ ਇੱਧਰ ਅਰਬਨ ਬਿਹਾਰ ਇੱਧਰ ਸਾਰੀ ਜਗ੍ਹਾ 'ਤੇ ਟਾਇਲਾਂ ਲੱਗ ਚੁੱਕੀਆਂ ਨੇ। ਜਦੋਂ ਪੰਜਾਬੀ ਬਾਗ ਦੇਖ ਲਓ, ਇੱਥੇ ਇੰਨਾ ਪਾਣੀ ਖੜੋਂਦਾ, ਇੰਨਾ ਚਿੱਕੜ ਮੱਚ ਜਾਂਦਾ ਵੇ, ਤੇ ਟਾਇਲਾਂ ਨਹੀਂ ਲੱਗੀਆਂ, ਨਾ ਸੜਕਾਂ ਬਣੀਆਂ ਨਾ ਟਾਇਲਾਂ ਲੱਗੀਆਂ। ਪੈਸੇ ਸਰਕਾਰਾਂ ਨੇ ਦੇਣੇ ਹੁੰਦੇ ਆ, ਜੇ ਸਰਕਾਰਾਂ ਕੋਲੇ ਪੈਸੇ ਹੋਣਗੇ ਤਾਂ ਕੌਂਸਲਰ ਕੰਮ ਕਰੂਗਾ। ਜਿੰਨਾ ਵੀ ਹੋਇਆ ਉਹਨਾਂ ਕੋਲ ਮੇਨ ਸੜਕ ਸੀਗੀ ਸਾਡੇ ਬਹੁਤ, ਜਿਹੜੀ ਕਿ ਬਹੁਤ ਜ਼ਰੂਰੀ ਸੀਗੀ, ਇਹ ਐਸੀ ਸੜਕ ਬਣਾਤੀ ਮੇਰਾ ਲਾ ਵੀ ਜੇ ਕੋਈ ਹੋਰ ਸਰਕਾਰ ਨੇ ਬਣਾਉਣੀ ਤਾਂ ਇੱਥੇ ਟੋਲ ਪਲਾਜ਼ਾ ਲਾ ਦੇਣਾ ਸੀ ਉਹਨਾਂ ਨੇ, ਪਰ ਉਹਨਾਂ ਨੇ ਇੱਕ ਮਲਾਈ ਵਰਗੀ ਸੜਕ ਸਾਨੂੰ ਦਿੱਤੀ ਹੈ, ਜਿਨ੍ਹਾਂ ਨੂੰ ਅਸੀਂ ਯਾਦ ਰੱਖਾਂਗੇ। ਵਰਕ ਆਰਡਰ ਹੋ ਚੁੱਕੇ ਹੋਏ ਆ, ਤੇ ਇਹ ਹੈ ਵੀ ਕੰਮ ਸ਼ੁਰੂ ਹੋ ਕੇ ਜਦੋਂ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ, ਠੇਕੇਦਾਰਾਂ ਨੇ ਕੰਮ ਬੰਦ ਕੀਤਾ ਕਿਉਂਕਿ ਉਹਨਾਂ ਨੂੰ ਪਿੱਛੋਂ ਪੇਮੈਂਟ ਨਹੀਂ ਆ ਰਹੀ। ਆਹੀ ਜਿਹੜਾ ਪੰਪ ਆ ਪਲੀਜ਼ ਦਿਖਾ ਦਿੱਤਾ ਜਾਵੇ, ਇਹ ਰਨਿੰਗ ਕੰਡੀਸ਼ਨ 'ਚ ਆ, ਇਹਨਾਂ ਨੂੰ ਕਾਗਜ਼ਾਂ ਦੇ ਵਿੱਚ ਬਲੌਕ ਆ, ਬੰਦ ਪਿਆ ਹੈ ਜੀ, ਐਕਸਪਾਇਰ ਹੋ ਗਈ ਇਹਦੀ ਡੇਟ, ਇਹ ਛੱਡ ਗਿਆ ਪਾਣੀ, ਬੋਰ ਵਹਿ ਗਿਆ ਲਿਖਿਆ ਹੋਇਆ, ਬਟ ਇਹ ਐਟ ਪ੍ਰੈਜ਼ੈਂਟ ਕੰਟੀਨਿਊ ਕੰਡੀਸ਼ਨ ਦੇ ਵਿੱਚ ਆ। ਇਹਦੀਆਂ ਮੋਟਰਾਂ ਤੇ ਇਹ ਕਨੈਕਸ਼ਨ ਉਧਰ ਸ਼ਿਫਟ ਕਰਨਾ, ਬਟ ਇਹ ਅਸੀਂ ਕਰ ਨਹੀਂ ਦੇਵਾਂਗੇ ਜਿੰਨਾ ਚਿਰ ਇਹ ਡੈਡ ਐਕਚੁਅਲ ਦੇ ਵਿੱਚ ਡੈਡ ਨਹੀਂ ਹੁੰਦਾ, ਉਹਨਾਂ ਚਿਰ ਇਹਦਾ ਕੋਈ ਸਮਾਨ ਨਹੀਂ ਲਾਉਣ ਦੇਵਾਂਗੇ ਅਸੀਂ। ਜੇ ਅਸੀਂ ਪ੍ਰੋਸੀਜਰ ਸਮਝਾਉਂਦੇ ਆ ਦਾ ਮਤਲਬ ਇਹ ਥੋੜੀ ਕਿ ਮੇਰੀ ਮਿਆਦ ਖਤਮ ਹੋ ਗਈ, ਅਸੀਂ ਵੀ ਸਿੱਧੀ ਗੱਲ ਕਰ ਲਿਆ ਕਰਾਂਗੇ ਲੀਡਰ ਵਾਂਗੂ, ਜਾਂ ਲਾਰੇ ਲਾਵਾਂਗੇ ਜਾਂ ਕੁਝ ਕਰਾਂਗੇ। ਤੇ ਬਿਜਲੀ ਬੰਦ ਹੋ ਜਾਏ ਤੇ ਮੁਰਗੀ ਆਣੀ ਹੀ ਨਹੀਂ 2-2 ਦਿਨ, ਤੇ ਬਿਜਲੀ ਮਹਿਕਮੇ 'ਚ ਫੋਨ ਕਰਦੇ ਆ ਤਾਂ ਉਹ ਗੱਲੇ ਸੁਣਦੇ ਹੀ ਨਹੀਂ ਗੱਲ। ਸਵੇਰੇ ਆਵਾਂਗੇ ਜੀ, ਰਾਤੀ ਆਵਾਂਗੇ ਜੀ, ਸਵੇਰੇ ਆਵਾਂਗੇ, ਤੇ ਬੀਬੀ ਬਜਿੰਦਰ ਕਿਉਂ ਕਹਿੰਦੀ ਮੇਰੇ ਤਾਂ ਬਸ ਖਤਮ ਹੋ ਗਈ, ਮੇਰੇ ਮਿਆਦ ਹੀ ਖਤਮ ਹੋ ਗਈ, 5 ਸਾਲ ਪੂਰੇ ਹੋ ਗਏ। ਅੱਜ ਵੇਲੇ ਗੱਲ ਕਰਦੇ ਅੱਜ ਸਾਲ ਹੋ ਗਿਆ।
ਦੇਖੋ ਜਿਹੜੀ ਮੇਨ ਰੋਡ ਆ ਨਾ, ਤੁਸੀਂ ਵੀ ਜਾ ਕੇ ਆਏ ਹੋਵੋਗੇ, ਤੁਹਾਨੂੰ ਲੱਗਿਆ ਉੱਥੇ ਕੋਈ ਕੂੜਾ ਪਿਆ ਜਾਂ ਗੰਦਗੀ ਪਈ ਆ? ਬਿਲਕੁਲ ਸੀਗਾ, ਉੱਥੇ ਆਸ-ਪਾਸ ਘਾਹ ਵੀ ਉੱਗਿਆ ਹੋਇਆ ਸੀਗਾ, ਕਾਫੀ ਕੂੜਾ ਕਰਕਟ ਹੋ ਦੇਖੋ ਤੁਹਾਨੂੰ ਮੈਂ ਦੱਸਿਆ ਜੀ, ਸਾਡੇ ਕੋਲ 5-6 ਮੁਲਾਜ਼ਮ ਨੇ, ਚਾਹੇ ਮੈਨੂਅਲ ਕਰਾ ਲਓ ਚਾਹੇ ਮਸ਼ੀਨ ਲਵਾ ਲਓ, ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਹੈ। ਇੱਕ ਦਫਾ ਉਹਨਾਂ ਨੂੰ ਬੁਲਾਇਆ ਸੀ, ਇੱਥੇ ਥੜੇ ਢਾਹ ਗਏ ਸੀਗੇ ਸਾਡੇ, ਤੇ ਉਹ ਕਹਿੰਦੀ ਮੈਂ ਨਹੀਂ ਕੁਝ ਕਰ ਸਕਦੀ। ਇਹ ਉਹਦਾ ਜਵਾਬ ਸੀ। ਠੀਕ, ਮਤਲਬ ਤੁਹਾਨੂੰ ਸਿੱਧਾ ਕੋਰਾ ਜਵਾਬ ਦਿੱਤਾ। ਪੂਰਾ ਜਵਾਬ ਦਿੱਤਾ। ਹੁਣ ਤੁਸੀਂ ਦੱਸੋ ਵੀ ਇੱਕ ਦਿਨ ਦੇ ਵਿੱਚ ਕਿੰਨੇ ਗੇੜੇ ਲਾ ਲੂਗਾ ਟਰਾਲੀ ਵਾਲਾ? ਫਿਰ ਉਹ ਕਟਿੰਗ ਵੀ ਉਹ ਗੰਦੀ ਲੱਗਦਾ ਆਪਾਂ ਨੂੰ ਪਿਆ ਵੀ ਗੰਦਗੀ ਆ। ਹਾਂਜੀ, ਕੰਮ ਕਾਫੀ ਰਹਿੰਦੇ ਨੇ, ਕਿਧਰੇ ਵੀ ਕੋਈ ਪਲਾਟ ਸਾਫ਼ ਨਹੀਂ ਹੈ, ਸਭ ਪਾਸੇ ਕੂੜਾ ਖਿਲ ਰਿਹਾ ਹੋਇਆ, ਪ੍ਰੋਪਰ ਸਾਫ਼ ਸਫਾਈ ਹੈ ਨਹੀਂ ਇਲਾਕੇ 'ਚ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਹਾਈਲਾਈਟਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਸਦੀਪ, ਸਾਡੇ ਪ੍ਰੋਗਰਾਮ ਤੁਹਾਡਾ ਕਾਉਂਸਲਰ ਫੇਲ ਜਾਂ ਪਾਸ ਤੇ ਚੱਲਦੇ ਅੱਜ ਪਹੁੰਚ ਚੁੱਕੀ ਹਾਂ ਲੁਧਿਆਣਾ ਦੇ 45 ਨੰਬਰ ਵਾਰਡ ਦੇ ਵਿੱਚ, ਜਿੱਥੇ ਦੇ ਕਿ ਕਾਉਂਸਲਰ ਨੇ ਬਰਜਿੰਦਰ ਕੌਰ, ਤੇ ਅਸੀਂ ਲੋਕਾਂ ਤੋਂ ਜਾਣਾਂਗੇ ਕਿ ਉਹਨਾਂ ਦੇ ਲਈ ਉਹਨਾਂ ਦਾ ਕਾਉਂਸਲਰ ਫੇਲ ਹੈ ਜਾਂ ਪਾਸ ਹੈ, ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋਈਆਂ ਨੇ ਜਾਂ ਫਿਰ ਲੋਕ ਦਿੱਕਤਾਂ ਦੇਖ ਰਹੇ ਨੇ। ਸਰ, ਜਿਹੜੇ ਵੀ ਕਾਉਂਸਲਰ ਨੇ ਇੱਥੇ ਕੰਮ ਕਰਵਾਏ ਨੇ, ਤੁਸੀਂ ਸੰਤੁਸ਼ਟ ਹੋ ਜਾਂ ਫਿਰ ਕੋਈ ਦਿੱਕਤ ਹੋਵੇ, ਉਹਨਾਂ ਦੁਆਰਾ ਕੋਈ ਕੰਮ ਰਹਿ ਗਿਆ ਹੋਵੇ ਜਿਹੜਾ ਨਾ ਹੋਇਆ ਹੋਵੇ? ਮੈਮ ਬਹੁਤ ਵਧੀਆ ਕਾਉਂਸਲਰ ਆ, ਕੰਮ ਕਰਾਏ ਨੇ ਜਿੰਨੇ ਕੁ ਹੋ ਸਕਦੇ ਸੀਗੇ, ਕਰਾਏ ਨੇ ਜੀ ਉਹਨਾਂ ਨੇ ਕੰਮ, ਇਦਾਂ ਦੀ ਕੋਈ ਗੱਲ ਨਹੀਂ। ਤੇ ਕੋਈ ਦਿੱਕਤ ਜਿਹੜੀ ਤੁਸੀਂ ਦੇਖਦੇ ਹੋਵੋ? ਦਿੱਕਤਾਂ ਦਾ ਹੀ ਕੁਝ ਹੱਲ ਵੀ ਹੋ ਜਾਂਦਾ, ਕੁਝ ਰਹਿ ਵੀ ਜਾਂਦੀਆਂ, ਅਗਲੀ ਵਾਰੀ ਹੋ ਜਾਣਗੀਆਂ ਕਲੀਅਰ। ਨਹੀਂ ਤਾਂ ਤੁਸੀਂ ਜਾ ਕੇ ਕਾਉਂਸਲਰ ਨੂੰ ਕਹਿੰਦੇ ਨਹੀਂ ਹੈਗੇ ਕਿ ਸਾਨੂੰ ਆਹ ਦਿੱਕਤ ਆ ਰਹੀ ਹੈ? ਅਸੀਂ ਕਹਿੰਨੇ ਆ ਜੀ, ਹੁਣ ਤਾਂ ਸਰਕਾਰ ਹੀ ਬਦਲ ਗਈ ਜੀ, ਜਦ ਹੁਣ ਤਾਂ ਹੋਣਾ ਹੀ ਕੀ ਆ, ਜਦੋਂ ਸਰਕਾਰ ਸੀ ਸਾਰੇ ਕੰਮ ਹੁੰਦੇ ਰਹੇ ਆ, ਰੈਗੂਲਰ ਹੁੰਦੇ ਰਹੇ ਆ ਕੰਮ ਜੀ, ਵਧੀਆ ਕੰਮ ਚੱਲਦਾ ਰਿਹਾ। ਪਰ ਉਹ ਕਾਉਂਸਲਰ ਨੇ, ਕਾਉਂਸਲਰ ਹੋਣ ਦੇ ਨਾਤੇ ਆਪਣੀ ਵਾਰਡ ਦਾ ਜਿਹੜਾ ਧਿਆਨ ਰੱਖਣਾ ਉਹਨਾਂ ਦਾ ਫਰਜ਼ ਹੈ। ਨਹੀਂ ਰੱਖਿਆ ਜੀ, ਪੂਰਾ ਧਿਆਨ ਰੱਖਿਆ ਉਹਨਾਂ ਨੇ। ਸਰ, ਇੱਥੇ ਦੇ ਕਾਉਂਸਲਰ ਨੇ ਕੰਮ ਕਰਵਾਏ ਨੇ ਜਾਂ ਫਿਰ ਤੁਸੀਂ ਦਿੱਕਤਾਂ ਮੁਸ਼ਕਿਲਾਂ ਕੋਈ ਦੇਖ ਰਹੇ ਹੋ? ਦੇਖੋ ਜੀ, ਸਾਡੇ ਕਾਉਂਸਲਰ ਬੀਬੀ ਬਰਜਿੰਦਰ ਕੌਰ, ਇਹਨਾਂ ਨੇ ਕੰਮ ਤਾਂ ਇੱਥੇ ਬਹੁਤ ਜ਼ਿਆਦਾ ਕਰਾਏ ਨੇ। ਕਿਸੇ ਜਗ੍ਹਾ ਤੇ ਅੜਚਨ ਆਉਂਦੀ ਸੀ, ਉਹ ਅੜਚਨ ਵੀ ਹੁੰਦੀ ਰਹੀ, ਔਰ ਸਾਨੂੰ ਮੇਨ ਗੱਲ ਸੀ ਪ੍ਰੋਬਲਮ ਇਸੇ ਪਾਣੀ ਦੀ। ਪਾਣੀ ਦਾ ਜਿੱਥੇ ਤੱਕ ਉਹਨੇ ਹੋਇਆ ਉਹਨਾਂ ਨੇ ਹੱਲ ਕਰ ਦਿੱਤਾ, ਲੇਕਿਨ ਹੁਣ ਸਾਨੂੰ ਪਤਾ ਲੱਗ ਰਿਹਾ ਕਿ ਸਾਡਾ ਜਿਹੜਾ ਟਿਊਬਵੈੱਲ ਬਹੁਤ ਪੁਰਾਣਾ, ਜਾਣੀ ਕਿ 1999 'ਚ ਲੱਗਿਆ ਸੀਗਾ, ਉਹਨੂੰ ਇਹ ਇੱਥੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਮੀਡੀਆ ਦੇ ਰਾਹੀਂ ਤਾਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਤੋਂ ਪੁੱਛਣ ਆਏ ਹੋ। ਅਸੀਂ ਸੋਚਦੇ ਹਾਂ ਕਿ ਸਾਡਾ ਇੱਥੋਂ ਜੇ ਟਿਊਬਵੈੱਲ ਚੱਲਿਆ ਗਿਆ ਤਾਂ ਸਾਨੂੰ ਪਾਣੀ ਦੀ ਬਹੁਤ ਵੱਡੀ ਦਿੱਕਤ ਆਊਗੀ। ਦੂਸਰਾ ਜਿਹੜਾ ਹੈਗਾ, ਸਾਨੂੰ ਅਸੀਂ ਜਿਹੜਾ ਉਹਨਾਂ ਤੋਂ ਨਹੀਂ ਕੰਮ ਹੋ ਸਕਿਆ, ਉਹ ਇਹ ਹੈ ਕਿ ਸਾਡੀਆਂ ਜਿਹੜੀਆਂ ਤਾਰਾਂ ਹੈਗੀਆਂ ਨੇ, ਇਹ ਬਿਜਲੀ ਦੀਆਂ ਤਾਰਾਂ ਦਾ ਬਹੁਤ ਵੱਡਾ ਸਾਨੂੰ ਇੱਕ ਅੜਿੱਕਾ ਹੈਗਾ ਸਾਡੇ ਮੁਹੱਲੇ ਦੇ ਵਿੱਚ। ਇਹ ਇੱਥੇ ਬਾਕੀ ਤਾਰਾਂ ਲੱਗੀਆਂ ਹੋਈਆਂ ਨੇ, ਜਿਹੜੀ ਸਿੰਗਲ ਤਾਰ ਜਾਂਦੀ ਆ, ਇਹ ਸਾਡੀਆਂ ਲੋਹੇ ਦੀਆਂ ਤਾਰਾਂ ਕੱਢ ਕੇ ਇਹ ਦੂਸਰੀਆਂ ਤਾਰਾਂ ਬਦਲੀਆਂ ਜਾਣ ਤਾਂ ਅਸੀਂ ਸਮਝਾਂਗੇ ਕਿ ਸਾਡੇ ਸਾਰੇ ਕੰਮ ਹੋ ਗਏ। ਔਰ ਅਦਰਵਾਈਜ਼ ਜੇ ਅਸੀਂ ਕਹੀਏ ਕਿ ਮੋਸਟਲੀ ਕੰਮ ਇਹਨਾਂ ਨੇ ਕੀਤੇ ਨੇ, ਲੇਕਿਨ ਜਿੱਥੇ ਜੇ ਕੰਮ ਰਹਿ ਗਏ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਕਰੇ ਜਾਣ। ਸਰ, ਇੱਥੇ ਦੇ ਕਾਉਂਸਲਰ ਆ ਬਰਜਿੰਦਰ ਕੌਰ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ? ਹਾਂਜੀ, ਤਕਰੀਬਨ ਠੀਕ ਹੀ ਰਹੇ ਆ। ਉਹ ਪੜ੍ਹੇ ਲਿਖੇ, ਬਹੁਤ ਪੜ੍ਹੇ ਲਿਖੇ ਪਰਸਨ ਆ। ਉਹ ਹਰ ਗੱਲ ਨੂੰ ਮਤਲਬ ਐਜ਼ ਪਰ ਲਾ ਜਿੰਨਾ ਵੀ ਕੰਮ ਹੁੰਦਾ ਸੀ ਕਰਵਾਇਆ ਉਹਨਾਂ ਨੇ, ਬਿਨਾਂ ਕਾਨੂੰਨ ਤੋਂ ਬਾਹਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਨਾ ਹੀ ਉਹਨਾਂ 'ਤੇ ਕੋਈ ਉਂਗਲ ਚੱਕ ਸਕਦੇ ਆ। ਕੋਈ ਵੀ ਅੱਜ ਵੀ ਸਰਕਾਰਾਂ ਫੜ ਅੰਦਰ ਦੇਈ ਜਾਂਦੀਆਂ ਨੇ, ਇਹਨਾਂ 'ਤੇ ਕੋਈ ਵੀ ਇੱਦਾਂ ਦਾ ਐਲੀਗੇਸ਼ਨ ਨਹੀਂ ਹੈ। ਪੜ੍ਹੇ ਲਿਖੇ ਪਰਸਨ ਆ ਉਹ, ਐਜ਼ ਪਰ ਲਾ ਜੋ ਵੀ ਕੰਮ ਕਰਦੇ ਸਰਕਾਰ, ਪੈਸੇ ਸਰਕਾਰਾਂ ਨੇ ਦੇਣੇ ਹੁੰਦੇ ਆ। ਜੇ ਸਰਕਾਰਾਂ ਕੋਲੇ ਪੈਸੇ ਹੋਣਗੇ ਤਾਂ ਕਾਉਂਸਲਰ ਕੰਮ ਕਰੂਗਾ। ਜਿੰਨਾ ਵੀ ਹੋਇਆ ਉਹਨਾਂ ਕੋਲ, ਆ ਮੇਨ ਸੜਕ ਸੀਗੀ ਸਾਡੇ ਬਹੁਤ, ਜਿਹੜੀ ਕਿ ਬਹੁਤ ਜ਼ਰੂਰੀ ਸੀਗੀ, ਇਹ ਐਸੀ ਸੜਕ ਬਣਾਤੀ ਮੇਰਾ ਲਾ ਵੀ ਜੇ ਕੋਈ ਹੋਰ ਸਰਕਾਰ ਨੇ ਬਣਾਉਣੀ ਤਾਂ ਇੱਥੇ ਟੋਲ ਪਲਾਜ਼ਾ ਲਾ ਦੇਣਾ ਸੀ ਉਹਨਾਂ ਨੇ। ਪਰ ਉਹਨਾਂ ਨੇ ਇੱਕ ਮਲਾਈ ਵਰਗੀ ਸੜਕ ਸਾਨੂੰ ਦਿੱਤੀ ਹੈ, ਜਿਨ੍ਹਾਂ ਨੂੰ ਅਸੀਂ ਯਾਦ ਰੱਖਾਂਗੇ। ਸਰ, ਕਾਉਂਸਲਰ ਦੁਆਰਾ ਜਿੰਨੇ ਵੀ ਕੰਮ ਕਰਵਾਏ ਗਏ ਨੇਗੇ, ਤੁਸੀਂ ਸੰਤੁਸ਼ਟ ਹੋ ਉਹਨਾਂ ਦੇ ਕੰਮ ਕਰਵਾਇਆਂ ਤੋਂ ਜਾਂ ਫਿਰ ਕੋਈ ਦਿੱਕਤਾਂ ਹੋਣ, ਮੁਸ਼ਕਿਲਾਂ ਹੋਣ ਜਿਹੜੀਆਂ ਤੁਹਾਨੂੰ ਆ ਰਹੀਆਂ ਹੁਣ ਤੇ ਉਹ ਹੱਲ ਨਾ ਹੋਈਆਂ ਹੋਣ? ਦੇਖੋ ਜੀ, ਕਾਉਂਸਲਰ ਨੇ ਕੰਮ ਤਾਂ ਬੜੇ ਕੀਤੇ ਆ, ਕਾਉਂਸਲਰ ਦੇ ਕੰਮਾਂ ਤੋਂ ਤਾਂ ਅਸੀਂ ਕੋਈ ਉਹ ਨਹੀਂ ਹੈਗਾ, ਪਰ ਪ੍ਰੋਬਲਮ ਇਹ ਆਉਂਦੀ ਆ ਕਿ ਕਾਉਂਸਲਰ ਇਲਾਕੇ ਦੀ ਸਾਰ ਨਹੀਂ ਲੈਂਦੇ ਪਏ ਕਿ ਵੀ ਜਿਹੜਾ ਕਿ ਵੀ ਮੌਕੇ 'ਤੇ ਝਾੜੂ ਵਾਲੇ, ਸੀਵਰੇਜ, ਇਹ ਲੋਕਾਂ ਨੂੰ ਸਮੱਸਿਆ ਇਹੀ ਹੁੰਦੀਆਂ ਨੇ। ਇਹ ਚੀਜ਼ ਨੂੰ ਉਹ ਆਪਣੇ ਜਾਨੀ ਕਿ ਮੌਕੇ 'ਤੇ ਆ ਕੇ ਦੇਖ ਨਹੀਂ ਰਹੇ, ਏਰੀਏ 'ਚ ਆਪਦੇ ਨਾ ਨਿਕਲ ਨਹੀਂ ਰਹੇ ਬਾਹਰ ਕਿ ਵੀ ਦੇਖੋ ਕਿ ਵੀ ਏਰੀਆ ਕਿਵੇਂ ਚੱਲ ਰਿਹਾ। ਸਰ, ਕਾਉਂਸਲਰ ਨੇ ਜਿੰਨੇ ਵੀ ਕੰਮ ਕਰਵਾਏ ਨੇਗੇ, ਤੁਸੀਂ ਸੰਤੁਸ਼ਟ ਹੋ ਵੀ ਸਾਰੇ ਕੰਮ ਜਿੰਨੇ ਵੀ ਕਰਵਾਏ ਨੇ? ਕੋਈ ਕੰਮ ਠੀਕ ਨਹੀਂ ਹੋਇਆ। ਆਹ ਦੇਖ ਲਓ, ਤੁਹਾਡੇ ਸਾਹਮਣੇ ਤੁਸੀਂ ਫੋਟੋ ਖਿੱਚ ਰਹੇ ਹੋ, ਤਾਰਾਂ ਕਿੱਦਾਂ ਖਿਲ ਰਹੀਆਂ ਪਈਆਂ ਸਾਰੀਆਂ, ਇਹਦੇ ਕਿੰਨਾ ਕੁ ਨੁਕਸਾਨ, ਖੰਭੇ ਸਾਰੇ ਡਿੱਗਣ ਵਾਲੇ ਹੋਏ ਪਏ ਨੇ ਤੁਹਾਡੇ ਸਾਹਮਣੇ, ਦੇਖ ਲਓ। ਤੇ ਤੁਸੀਂ ਕਦੇ ਜਾ ਕੇ ਕਾਉਂਸਲਰ ਨਾਲ ਗੱਲ ਕੀਤੀ? ਅਜੇ ਤਾਂ ਸ਼ਕਲ ਵੀ ਨਹੀਂ ਦੇਖੀ ਅੱਜ ਤੱਕ।
ਉਹ ਜਦ ਦੀ ਇਲੈਕਸ਼ਨ ਜਿੱਤੀ ਕਦੀ ਨਹੀਂ ਆਈ ਇੱਥੇ। ਤੇ ਕਦੇ ਗੱਲ ਕੀਤੀ ਹੋਵੇ ਜਾ ਕੇ ਜਾਂ ਫੋਨ ਤੇ? ਇੱਕ ਦਫਾ ਉਹਨਾਂ ਨੂੰ ਬੁਲਾਇਆ ਸੀ, ਇੱਥੇ ਥੜੇ ਢਾਹ ਗਏ ਸੀਗੇ ਸਾਡੇ, ਤੇ ਉਹ ਕਹਿੰਦੀ ਮੈਂ ਨਹੀਂ ਕੁਝ ਕਰ ਸਕਦੀ, ਇਹ ਉਹਦਾ ਜਵਾਬ ਸੀ। ਠੀਕ ਹੈ, ਮਤਲਬ ਤੁਹਾਨੂੰ ਸਿੱਧਾ ਕੋਰਾ ਜਵਾਬ ਦਿੱਤਾ? ਪੂਰਾ ਜਵਾਬ ਦਿੱਤਾ, ਕਿਉਂਕਿ ਥੜੇ ਉਹਨਾਂ ਨੇ ਢਵਾਏ, ਸੜਕਾਂ ਦੇ ਲੋਕ ਪਵਾ ਰਹੇ ਸੀ ਲੋਕ, ਤੇ ਕਹਿੰਦੇ ਥੜੇ ਢਾਹ ਦਿਓ, ਥੜੇ ਵਧੇ ਨੇ। ਸਰ ਜਿਹੜੇ ਕਾਉਂਸਲਰ ਨੇ ਇੱਥੇ ਦੇ ਬਰਜਿੰਦਰ ਕੌਰ, ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਜਾਂ ਫਿਰ ਉਹਨਾਂ ਦੀ ਕਾਰਗੁਜ਼ਾਰੀ 'ਚ ਕੋਈ ਕਮੀ ਪੇਸ਼ੀ ਰਹਿ ਗਈ ਹੈ? ਦੇਖੋ ਜੀ, ਜਦੋਂ ਕੋਈ ਬੰਦਾ ਇਲੈਕਟ ਹੋ ਜਾਂਦਾ ਉਹ ਤੋਂ ਸਾਰੇ ਹੀ ਮਸਲੇ ਹੱਲ ਨਹੀਂ ਹੁੰਦੇ, ਤੇ ਬਹੁਤ ਸਾਰੇ ਮਸਲੇ ਹੱਲ ਵੀ ਹੋ ਜਾਂਦੇ ਤੇ ਬਹੁਤ ਸਾਰੇ ਰਹਿ ਵੀ ਜਾਂਦੇ ਆ। ਇਹਨਾਂ ਦੀ ਕਾਰਗੁਜ਼ਾਰੀ ਮੈਂ ਐਵਰੇਜ ਹੀ ਮੰਨਦਾ ਜੀ, ਬਟ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਜਾ ਕੇ ਅਸੀਂ ਮੈਸੇਜ ਨਹੀਂ ਲਾਇਆ ਨਾ, ਕੰਪਲੇਂਟ ਨਹੀਂ ਕੀਤੀ, ਉਹਨਾਂ ਚਿਰ ਮਸਲੇ ਨਹੀਂ ਹੱਲ ਹੋਏ। ਸਾਡਾ ਵਾਰਡ ਨੰਬਰ 45 ਆ, ਉਹ ਜਵੱਦੀ ਤੋਂ ਸ਼ੁਰੂ ਹੋ ਜਾਂਦਾ, ਗੁਰੂ ਗਿਆਨ ਵਿਹਾਰ, ਪੰਜਾਬੀ ਬਾਗ, ਸ਼ੇਖ ਕਲੋਨੀ, ਕਰਨੈਲ ਸਿੰਘ ਨਗਰ, ਪਾਸੀ ਨਗਰ, ਇਹ ਸਾਰੇ ਇਲਾਕੇ 'ਚ ਆਉਂਦੇ ਆ। ਪਰ ਜਿੰਨੇ ਚਿਰ ਬੀਬੀ ਜੀ ਨੂੰ ਜਾ ਕੇ ਨਾ ਦੱਸਿਆ ਨਹੀਂ ਗਿਆ, ਉਹਨਾਂ ਚਿਰ ਮਸਲੇ ਨਹੀਂ ਹੱਲ ਹੋਵੇ। ਉਹ ਵੀ ਸਾਨੂੰ ਬੀਬੀ ਜੀ ਤੋਂ ਬਾਅਦ ਐਮਐਲਏ ਸਾਹਿਬ ਨੂੰ ਕਹਿਣਾ ਪਿਆ, ਬਹੁਤ ਸਾਰੇ ਆ ਹੋਰ ਐਫਰਟ ਲਾਉਣੇ ਪਏ, ਮਹਿਕਮੇ ਨੂੰ ਕਹਿਣਾ ਪਿਆ, ਪਰ ਬੀਬੀ ਜੀ ਦਾ ਥੋੜ੍ਹਾ ਜਿਹਾ ਰਾਜਸ਼ਾਹੀ ਵਾਲਾ ਹੀ ਕੰਮ ਰਿਹਾ, ਆਰਾਮਦਾਰੀ ਨਾਲ ਥੋੜ੍ਹਾ ਜਿਹਾ ਜ਼ਿਆਦਾ ਕੰਮ ਕੀਤਾ ਇਹਨਾਂ ਨੇ। ਬਾਕੀ ਜਿਹੜੀਆਂ ਇਹ ਰਹਿ ਗਈਆਂ ਸਮੱਸਿਆ, ਸਾਡੀ ਸੀ ਬਲੋਕ ਨੂੰ ਅਸੀਂ ਬਿਲੋਂਗ ਕਰਦੇ ਹਾਂ, ਕਰਨੈਲ ਸਿੰਘ ਨਗਰ ਫੇਸ 3 ਦੇ ਵਿੱਚ। ਉੱਧਰ ਜੋ ਅੱਜ ਤੋਂ 5 ਸਾਲ ਪਹਿਲਾਂ ਸਮੱਸਿਆ ਸੀਗੀਆਂ, ਉਹੀ ਸਮੱਸਿਆਵਾਂ ਅੱਜ ਆ। ਸਾਡੇ ਬਲੋਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਕੋਈ ਰੋਡ ਸਾਈਡ ਟਾਈਲਾਂ, ਕੋਈ ਪਾਰਕ ਦੀ ਮੇਨਟੇਨੈਂਸ, ਕੋਈ ਹੋਰ ਕੁਛ, ਨਥਿੰਗ। ਜਾ ਕੇ ਦੇਖੋ ਗੰਦਗੀ ਦੇ ਢੇਰ ਆ, ਕੁਛ ਨਹੀਂ ਹੈ। ਠੀਕ ਹੈ ਜੀ, ਇਹ ਟੈਨਿਓਰ ਹੁਣ ਪੂਰਾ ਹੋ ਗਿਆ। ਪਲੱਸ ਮੈਂ ਹੋਰ ਕਹਿਣਾ ਚਾਹੁੰਦਾ ਤੁਹਾਡੇ ਮੀਡੀਅਮ ਰਾਹੀਂ ਕੌਂਸਲਰ ਸਾਹਿਬਾਂ ਨੂੰ ਤੇ ਐਮਐਲਏ ਸਾਹਿਬ ਨੂੰ, ਸਾਡੇ ਜਿਹੜਾ 25 ਦਾ ਪੰਪ ਲੱਗਿਆ 25 ਨੰਬਰ ਗਲੀ, ਪ੍ਰਧਾਨ ਬਲਜਿੰਦਰ ਸਿੰਘ ਦੋਲੋਂ ਦੀ ਗਲੀ ਦੇ ਵਿੱਚ, ਉਹਦੇ ਵਿੱਚ ਆਹੀ ਜਿਹੜਾ ਪੰਪ ਆ ਪਲੀਜ਼ ਦਿਖਾ ਦਿੱਤਾ ਜਾਵੇ। ਇਹ ਰਨਿੰਗ ਕੰਡੀਸ਼ਨ 'ਚ ਆ, ਇਹਨਾਂ ਨੂੰ ਕਾਗਜ਼ਾਂ ਦੇ ਵਿੱਚ ਬਲੌਕ ਆ, ਬੰਦ ਪਿਆ ਹੈ ਜੀ, ਐਕਸਪਾਇਰ ਹੋ ਗਈ ਇਹਦੀ ਡੇਟ, ਇਹ ਛੱਡ ਗਿਆ ਪਾਣੀ, ਬੋਰ ਵਹਿ ਗਿਆ ਲਿਖਿਆ ਹੋਇਆ, ਬਟ ਇਹ ਐਟ ਪ੍ਰੈਜ਼ੈਂਟ ਕੰਟੀਨਿਊ ਕੰਡੀਸ਼ਨ ਦੇ ਵਿੱਚ ਆ। ਇਹਦੀਆਂ ਹੀ ਮੋਟਰਾਂ ਤੇ ਇਹ ਕਨੈਕਸ਼ਨ ਹੀ ਉਧਰ ਸ਼ਿਫਟ ਕਰਨਾ, ਬਟ ਇਹ ਅਸੀਂ ਕਰ ਨਹੀਂ ਦੇਵਾਂਗੇ। ਜਿੰਨਾ ਚਿਰ ਡੈਡ ਐਕਚੁਅਲ ਦੇ ਵਿੱਚ ਡੈਡ ਨਹੀਂ ਹੁੰਦਾ, ਉਹਨਾਂ ਚਿਰ ਇਹਦਾ ਕੋਈ ਸਮਾਨ ਨਹੀਂ ਲਾਉਣ ਦੇਵਾਂਗੇ ਅਸੀਂ। ਤੇ ਜੇ ਇਹ ਚੱਲਦਾ ਵਾ ਤੇ ਉਹਨੂੰ ਉੱਥੇ ਜਿਹੜਾ ਨਵਾਂ ਬਿਜਲੀ ਦਾ ਕਨੈਕਸ਼ਨ ਤੇ ਨਵੀਂ ਹੀ ਜਿਹੜੀ ਹੈਗੀ ਮੋਟਰ ਉੱਥੇ ਪਵਾਵਾਂਗੇ। ਅਸੀਂ ਭੈਣ ਜੀ ਨੂੰ ਵੀ ਬੇਨਤੀ ਕਰਦੇ ਹਾਂ, ਸਤਿਕਾਰਯੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ। ਸਰ ਕਾਉਂਸਲਰ ਦੁਆਰਾ ਜਿੰਨੇ ਵੀ ਕੰਮ ਕਰਵਾਏ ਗਏ ਨੇ, ਤੁਸੀਂ ਸੰਤੁਸ਼ਟ ਹੋ ਜਾਂ ਫਿਰ ਕੋਈ ਦਿੱਕਤਾਂ ਹੋਣ ਜੋ ਤੁਸੀਂ ਦੇਖ ਰਹੇ ਹੋ? ਦਿੱਕਤ ਇਦਾਂ ਜੀ, ਸਾਡਾ ਜਿਹੜਾ ਇਹ ਏਰੀਆ ਅਰਬਨ ਸਾਈਡ ਨਾਲ ਡਿਜ਼ਾਈਨਿੰਗ ਆ, ਗੁਰੂ ਗਿਆਨ ਵਿਹਾਰ ਤੇ ਡਿਵੈਲਪ ਏਰੀਆ ਸਾਰਾ, ਬਟ ਇਹ ਆ ਵੀ ਸਫਾਈ ਜਿਹੜੀ ਹੈਗੀ ਆ ਉਹ ਨਹੀਂ ਬੰਦੇ ਜਿਹੜੇ ਹੈਗੇ ਨੇ ਪ੍ਰੋਪਰ ਆਉਂਦੇ ਹੈਗੇ, ਨਾ ਹੀ ਕੋਈ ਧਿਆਨ ਦਿੱਤਾ ਜਾਂਦਾ। ਅਸੀਂ ਕਈ ਵਾਰੀ ਹੁਣ ਆ ਜਿਹੜੇ ਆਲੇ ਦੁਆਲੇ ਤੁਸੀਂ ਦੇਖਦੇ ਹੋ, ਅਸੀਂ ਪੈਸੇ ਪੱਲਿਓਂ ਖਰਚ ਕੇ ਝਾੜੂ ਮਰਵਾਈ ਦਾ ਉਹਨਾਂ ਤੋਂ, ਹੈ ਨਾ, ਹਾਲਾਂਕਿ ਉਹ ਤੁਹਾਡੇ ਇੰਪਲਾਈ ਨੇ ਇਹਨਾਂ ਦੇ ਕਾਰਪੋਰੇਸ਼ਨ ਦੇ, ਉਹ ਫਿਰ ਵੀ ਸਾਡੇ ਕੋਲ ਕਹਿੰਦੇ ਨੇ ਵੀ ਤੁਸੀਂ ਜੇ ਪੈਸੇ ਦੋਗੇ ਅਸੀਂ ਤਾਂ ਕਰਾਂਗੇ, ਨਹੀਂ ਕਰਦੇ ਹੈਗੇ। ਠੀਕ ਹੈ ਨਾ, ਆ ਤੁਹਾਡੇ ਸਾਹਮਣੇ ਦੇਖ ਰਹੇ ਜਿਹੜਾ ਪੈਚ ਲੱਗਣ ਵਾਲਾ ਹੈਗਾ ਰੋਡ ਤੇ, ਤਕਰੀਬਨ 1.5 ਸਾਲ ਤੋਂ ਪੈਂਡਿੰਗ ਪਿਆ ਇਹ ਕੰਮ, ਹੈ ਨਾ। ਕਾਰਪੋਰੇਸ਼ਨ ਦੇ ਸਾਰੇ ਅਫਸਰਾਂ ਨੂੰ, ਐਸਡੀਓ ਤੱਕ ਜਿਹੜੇ ਸੀਗੇ ਸਾਰੇ ਉੱਥੇ ਆ ਚੁੱਕੇ ਨੇ, 2 ਵਾਰੀ ਬੈਠ ਗਿਆ ਸੀਗਾ, ਇਹਦੇ 'ਚ ਮਲਬਾ ਪਾ ਕੇ ਗਏ ਨੇ, ਪਰ ਇਹਦੇ ਉੱਤੇ ਪੈਚ ਨਹੀਂ ਹੋਇਆ ਹੈਗਾ। ਠੀਕ ਹੈ ਨਾ, ਸਾਨੂੰ ਹੁਣ ਵੀ ਲੱਗਦਾ ਰਹਿੰਦਾ ਵੀ ਜੇ ਕਿਤੇ ਬਾਰਿਸ਼ ਤੇਜ਼ ਆ ਗਈ ਇਹ ਦੁਬਾਰਾ ਫੇਰ ਬੈਠ ਜਾਊਗਾ, ਹੈ ਨਾ। ਉਹਨਾਂ ਲੋਕਾਂ ਨੂੰ ਦਿੱਕਤ ਆਉਂਦੀ ਹੈ ਲੰਘਣ ਕਰਨ ਦੀ, ਹੈ ਨਾ, ਤੇ ਸੋਹਣਾ ਵੀ। ਤੁਸੀਂ ਕਾਉਂਸਲਰ ਨੂੰ ਜਾ ਕੇ ਗੱਲ ਕੀਤੀ ਹੈ, ਤੁਹਾਨੂੰ ਕੀ ਜਵਾਬ? ਕਈ ਵਾਰੀ ਸਾਡੇ ਮਹੱਲੇ ਦੇ ਜਿਹੜੇ ਕਾਫੀ ਬੰਦੇ ਜਿਹੜੇ ਹੈਗੇ ਨੇ ਮੋਹਤਬਰ ਪ੍ਰਧਾਨ ਵਗੈਰਾ, ਉਹ ਵੀ ਜਾ ਕੇ ਉਹਨੂੰ ਕਹਿ ਸਾਰੇ ਨੋਟਿਸ 'ਚ ਹੈਗਾ ਵਾ, ਪਰ ਕੋਈ ਨਹੀਂ ਕਰਦਾ। ਅਸੀਂ ਪਰਸਨਲੀ ਵੀ 2-4 ਵਾਰੀ ਇੱਥੇ ਪੈਚ ਲੱਗ ਰਹੇ ਸੀ ਅਰਬਨ ਸਾਈਡ ਦੇ ਵਿੱਚ, ਉਦੋਂ ਵੀ ਉਹਨਾਂ ਨੂੰ ਜਿਹੜੇ ਮੌਕੇ ਦੇ ਸੀਗੇ ਬੰਦੇ ਉਹ ਲਾ ਰਹੇ ਸੀਗੇ ਕਾਰਪੋਰੇਸ਼ਨ ਦੇ, ਉਹਨਾਂ ਨੂੰ ਵੀ ਜਾ ਕੇ ਬੇਨਤੀ ਕਰੀ ਵੀ ਤੁਸੀਂ ਇਹਨੂੰ ਜਿਹੜਾ ਹੈਗਾ ਕੰਪਲੀਟ ਕਰ ਦਿਓ, ਪਰ ਕੋਈ ਧਿਆਨ ਨਹੀਂ ਦਿੱਤਾ। ਜਿਹੜਾ 1.5 ਸਾਲ ਤੋਂ ਇੱਦਾਂ ਹੀ ਪੈਂਡਿੰਗ ਪਿਆ ਵਾ। ਸਰ ਇੱਥੇ ਦੇ ਕਾਉਂਸਲਰ ਬਰਜਿੰਦਰ ਕੌਰ ਵੱਲੋਂ ਸਾਰੇ ਕੰਮ ਕਰਵਾਏ ਜਾਂਦੇ ਆ ਜਾਂ ਫਿਰ ਤੁਸੀਂ ਕੋਈ ਦਿੱਕਤ ਦੇਖ ਰਹੇ ਹੋ? ਮੈਡਮ ਤੁਸੀਂ ਤਾਂ ਖੁਦ ਬਾਹਰੋਂ ਆਏ ਹੋ, ਬਾਹਰ ਦੇ ਹਾਲਾਤ ਦੇਖ ਰਹੇ ਹੋ ਕੀ ਹੈਗੇ ਨੇ। ਸਾਰੇ ਝਾੜੂ ਝੂੜੂ ਲਾਉਣ ਵਾਲੇ ਬੰਦੇ ਆਉਂਦੇ ਨਹੀਂ, ਇੰਨਾ ਨਾ ਘਾਹ ਸਾਰਾ ਪੱਟਿਆ ਹੋਇਆ ਆਉਂਦੇ ਨਹੀਂ। ਚਲੋ ਸੜਕਾਂ ਦਾ ਇਹ ਬਣੀਆਂ ਇਹਨਾਂ ਨੂੰ, ਉਸ ਤੋਂ ਬਾਅਦ ਮੇਨਟੇਨੈਂਸ ਦੀ ਪ੍ਰੋਬਲਮ ਹਰ ਜਗ੍ਹਾ ਆਉਂਦੀ। ਆਪਾਂ ਜਿੱਥੇ ਵੀ ਕੋਈ ਕੰਮ ਕਰਾਈਏ ਤਾਂ ਉਹਦੀ ਮੇਨਟੇਨੈਂਸ ਸਭ ਤੋਂ ਜ਼ਰੂਰੀ ਨੇ, ਤਾਂ ਪੈਸੇ ਲੱਗ ਕੇ ਸਰਕਾਰਾਂ ਦੇ ਖਰਾਬ ਹੁੰਦੇ ਆ। ਆਪਾਂ ਕੰਮ ਕਰਾਈਏ ਤਾਂ ਉਹਦੀ ਮੇਨਟੇਨੈਂਸ ਰੱਖੀਏ ਨਾ, ਆਪਾਂ ਨਾ ਉਸ ਤੋਂ ਦੇਖੋ ਬਾਹਰ ਝਾੜੂ ਵਗੈਰਾ ਦੀ ਕੀ ਹਾਲਤ ਹੈ। ਤੇ ਤੁਸੀਂ ਕਦੇ ਕਾਉਂਸਲਰ ਨੂੰ ਜਾ ਕੇ ਗੱਲ ਕੀਤੀ ਹੈ ਕਿ ਸਾਨੂੰ ਆ ਦਿੱਕਤ ਆ ਰਹੀ ਹੈ, ਸਾਡੀ ਹੱਲ ਕੀਤੀ ਜਾਵੇ? ਮੈਡਮ ਸਾਡੇ ਮਹੱਲੇ ਦੇ ਨੇ, ਇਲਾਕੇ ਦੇ ਨੇ, ਪਿੱਛੇ ਗਲੀ 'ਚ ਰਹਿੰਦੇ ਨੇ, ਇੱਥੇ ਕੋਈ ਦੂਰ ਵੀ ਨਹੀਂ ਰਹਿੰਦੇ। ਹੁਣ ਉਹਨਾਂ ਦਾ ਰੋਜ਼ ਆਉਣਾ ਜਾਣਾ, ਲੋਕ ਕਹਿੰਦੇ ਵੀ ਨੇ ਕਰਦੇ ਵੀ ਨੇ। ਹੁਣ ਬੰਦੇ ਨੂੰ ਚਾਹੀਦਾ ਖੁਦ ਵੀ, ਜਦ ਤੁਹਾਨੂੰ ਪਬਲਿਕ ਨੇ ਜ਼ਿੰਮੇਵਾਰੀ ਦਿੱਤੀ ਹੈ, ਵਿਸ਼ਵਾਸ ਕੀਤਾ ਹੈ, ਤਾਂ ਆਪਾਂ ਵੀ ਥੋੜ੍ਹਾ ਜਿਹਾ ਪਬਲਿਕ ਦਾ ਧਿਆਨ ਦਈਏ ਨਾ। ਸਰ ਜਿਹੜੇ ਬਰਜਿੰਦਰ ਕੌਰ ਇੱਥੇ ਦੇ ਕਾਉਂਸਲਰ ਨੇ, ਜਿਹੜੇ ਕੰਮ ਕਰਵਾਏ ਆ, ਤੁਸੀਂ ਸੰਤੁਸ਼ਟ ਹੋ ਜਾਂ ਫਿਰ ਕੋਈ ਕੰਮ ਰਹਿ ਗਏ ਹੋਣ? हाँ जी, काम काफ़ी रहते हैं, किधरे भी कोई प्लाट साफ नहीं है, सब पासे कूड़ा खिल रहा है, प्रॉपर साफ सफाई है नहीं इलाके। हाँ जी।
ਤੁਸੀਂ ਕਦੇ ਜਾ ਕੇ ਗੱਲ ਕੀਤੀ ਉਹਨਾਂ ਨਾਲ ਕਿ ਕੂੜੇ ਕਰਕਟ ਦੀ ਦਿੱਕਤ ਆ ਰਹੀ ਹੈ ਕਿ ਸਫਾਈ ਕਰਾਈ ਜਾਵੇ? ਹਾਂਜੀ ਕੀਤੀ ਹੈ, ਫੋਨ ਵੀ ਕਰਦੇ ਆ, ਕੋਈ ਸੁਣਵਾਈ ਹੈ ਨਹੀਂ। ਕੀ ਜਵਾਬ ਕੀ ਦਿੰਦੇ ਆ? ਕਾਰਪੋਰੇਸ਼ਨ ਦੀ ਡਿਊਟੀ ਆ, ਕਾਰਪੋਰੇਸ਼ਨ ਦੀ ਤੁਹਾਨੂੰ ਡਿਊਟੀ ਲੱਗਦੀ ਹੈ। ਸਰ ਕਾਉਂਸਲਰ ਨੇ ਜਿਹੜੇ ਕੰਮ ਕਰਵਾਏ ਆ ਤੁਸੀਂ ਸੰਤੁਸ਼ਟ ਹੋ ਜਾਂ ਫਿਰ ਤੁਸੀਂ ਕੋਈ ਦਿੱਕਤਾਂ ਦੇਖ ਰਹੇ ਹੋ, ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ? ਬਿਜਲੀ ਦਾ ਆਈ ਹੈ, ਇੱਕ ਤਾਂ ਉਹਨਾਂ ਨੇ ਸੜਕਾਂ ਦਾ ਵਾਅਦਾ ਕੀਤਾ ਸੀ, ਸੜਕਾਂ ਨਹੀਂ ਬਣੀਆਂ। ਇੱਕ ਵਾਅਦਾ ਕੀਤਾ ਕਿ ਪੰਜਾਬੀ ਬਾਗ ਸਾਰੀ ਗਲੀ 'ਚ ਟਾਇਲਾਂ ਲੱਗਣਗੀਆਂ ਕੱਚੀ ਥਾਵਾਂ 'ਤੇ, ਬਾਕੀ ਸਾਰੀ ਗਲੀ ਇੱਧਰ ਅਰਬਨ ਬਿਹਾਰ ਇੱਧਰ ਸਾਰੀ ਜਗ੍ਹਾ 'ਤੇ ਟਾਇਲਾਂ ਲੱਗ ਚੁੱਕੀਆਂ ਨੇ। ਜਦੋਂ ਇਹ ਪੰਜਾਬੀ ਬਾਗ ਹੀ ਦੇਖ ਲਓ, ਇੱਥੇ ਇੰਨਾ ਪਾਣੀ ਖਲੋਂਦਾ, ਇੰਨਾ ਚਿੱਕੜ ਮੱਚ ਜਾਂਦਾ ਵੇ ਤੇ ਟਾਇਲਾਂ ਨਹੀਂ ਲੱਗੀਆਂ, ਨਾ ਸੜਕਾਂ ਬਣੀਆਂ ਨਾ ਟਾਇਲਾਂ ਲੱਗੀਆਂ। ਤੇ ਪਾਰਕ ਬਣਾਇਆ, ਇਹ ਜਿਹੜਾ ਸਾਹਮਣੇ ਪਾਰਕ ਬਣਿਆ ਆ, ਇਹ ਠੀਕ ਹੈ ਹੁੰਦਿਆ ਪਾਰਕ ਬਣਿਆ ਵਾ, ਤੇ ਬਾਕੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾ। ਕੋਈ ਵੇਲੇ ਝਾੜੂ ਵਾਲੇ ਟੈਲੀਫੋਨ ਦਾ ਆਣਾ ਉਹਨਾਂ ਨੇ ਤਾਂ ਨਹੀਂ ਆਣਾ, ਟੈਲੀਫੋਨ ਦਾ ਪੱਕਾ ਕੋਈ ਝਾੜੂ ਵਾਲਾ ਨਹੀਂ ਲਗਾਇਆ। ਅਸੀਂ ਸਫਾਈ ਤੋਂ ਇੰਨੇ ਹੀ ਸੀ ਪਰੇਸ਼ਾਨ ਹੈਗੇ, ਹਰ ਘਰ ਦੀ ਕੋਠੀਆਂ 'ਤੇ ਜਨਾਨੀਆਂ ਖੁਦ ਆਪ ਝਾੜੂ ਮਾਰਦੀਆਂ ਨੇ। ਸਫਾਈ ਦਾ ਨਾ ਕੋਈ ਬੁਰਾ ਹਾਲ ਹੈ। ਕੋਈ ਕਾਰਪੋਰੇਸ਼ਨ ਬੀਬੀ ਬਲਜਿੰਦਰ ਕੌਰ ਨੂੰ ਸਾਲ ਹੋ ਗਿਆ ਤੇ ਗੱਲ ਸੁਣੋ, ਕਹਿੰਦੀ ਮੇਰੀ ਮਿਆਦ ਹੀ ਖਤਮ ਹੋ ਗਈ, ਹੁਣ ਮੇਰੀ ਇਲੈਕਸ਼ਨ ਆ ਗਈ, ਮੇਰੀ ਕੋਸ਼ਿਸ਼ ਨੇ ਗੱਲ ਸੁਣਦੀ। ਤੇ ਬਿਜਲੀ ਬੰਦ ਹੋ ਜਾਏ ਤੇ ਮੁੜ ਕੇ ਆਣੀ ਹੀ ਨਹੀਂ 2-2 ਦਿਨ। ਤੇ ਬਿਜਲੀ ਮਹਿਕਮੇ 'ਚ ਫੋਨ ਕਰਦੇ ਆ ਤਾਂ ਉਹ ਗੱਲੇ ਸੁਣਦੇ ਹੀ ਨਹੀਂ ਗੱਲ। ਸਵੇਰੇ ਆਵਾਂਗੇ ਜੀ, ਰਾਤੀ ਆਵਾਂਗੇ ਜੀ, ਸਵੇਰੇ ਆਵਾਂਗੇ। ਤੇ ਬੀਬੀ ਬਲਜਿੰਦਰ ਕੌਰ ਕਹਿੰਦੀ ਮੇਰੇ ਤਾਂ ਬਸ ਖਤਮ ਹੋ ਗਈ, ਮੇਰੇ ਮਿਆਦ ਹੀ ਖਤਮ ਹੋ ਗਈ, 5 ਸਾਲ ਪੂਰੇ ਹੋ ਗਏ। ਅੱਜ ਵੇਲੇ ਗੱਲ ਕਰਦੇ ਅੱਜ ਸਾਲ ਹੋ ਗਿਆ। ਅੱਜ ਅਸੀਂ 45 ਨੰਬਰ ਵਾਰਡ ਦੇ ਵਿੱਚ ਗਏ ਸੀ। ਅਸੀਂ ਲੋਕਾਂ ਤੋਂ ਜਾਣਿਆ ਕਿ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ, ਤਾਂ ਇੱਥੇ ਦੇ ਕਾਉਂਸਲਰ ਨੇ ਬਰਜਿੰਦਰ ਕੌਰ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਜੋ ਲੋਕ ਦਿੱਕਤਾਂ ਦੇਖ ਰਹੇ ਨੇ ਉਹਨਾਂ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਉਹ ਕਿਉਂ ਨਹੀਂ ਹੱਲ ਹੋ ਰਹੀਆਂ। ਸਵਾਗਤ ਹੈ ਮੈਮ ਪਹਿਲਾਂ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਧੰਨਵਾਦ। ਮੈਮ ਅਸੀਂ ਲੋਕਾਂ ਕੋਲ ਗਏ ਸੀ ਤਾਂ ਸਾਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਲੋਕਾਂ ਨੇ ਦੱਸੀ ਉਹ ਸਫਾਈ ਦੀ ਦੱਸੀ ਹੈ ਕਿ ਜੋ ਵੀ ਕਰਮਚਾਰੀ ਨੇ ਸਫਾਈ ਦੇ ਉਹ ਨਹੀਂ ਆਉਂਦੇ, ਕਿ ਲੋਕਾਂ ਨੇ ਜੋ ਵੀ ਕੰਮ ਕਰਦੇ ਨੇ ਲੋਕ ਖੁਦ ਕਰਦੇ ਨੇ। ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ, ਪਰ ਪੂਰਾ ਸਹਿਮਤ ਨਹੀਂ ਹਾਂ। ਸਫਾਈ ਦੀ ਸਮੱਸਿਆ ਦਿੱਕਤ ਸਾਨੂੰ ਆ ਰਹੀ ਹੈ, ਜਦੋਂ ਦੀ ਮੈਂ ਕਾਉਂਸਲਰ ਬਣੀ ਹਾਂ ਉਦੋਂ ਦੀ ਹੀ ਆ ਰਹੀ ਹੈ। ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਕਈ ਵਾਰੀ ਰੇੜੀਆਂ ਸਾਡੇ ਕੋਲ ਘੱਟ ਆ ਜਾਂਦੇ ਨੇ, ਜਾਂ ਸਾਨੂੰ ਟਰਾਲੀ ਨਹੀਂ ਮਿਲਦੀ, ਜਾਂ ਇਹ ਹੁੰਦਾ ਕਿ ਕੂੜਾ ਇਕੱਠਾ ਕਰਕੇ ਰੱਖ ਜਾਂਦੇ ਆ, ਉਹ ਜਦੋਂ ਖਿਲਰ ਜਾਂਦਾ ਇਹ ਲੱਗਦਾ ਕਿ ਸਫਾਈ ਨਹੀਂ ਹੋਈ। ਝਾੜੂ ਵੱਜਦਾ, ਇਹ ਨਹੀਂ ਗੱਲ ਹੈਗੀ ਰੋਜ਼, ਕਿਉਂਕਿ ਕੂੜਾ ਸਾਨੂੰ ਨਾ ਸਿੱਟਣ ਦੀ ਬਹੁਤ ਵੱਡੀ ਸਮੱਸਿਆ ਵੀ ਸੁੱਟਿਆ ਕਿੱਥੇ ਜਾਵੇ। ਜਿੱਥੇ ਵੀ ਟਰਾਲੀ ਭਰ ਕੇ ਸੁੱਟਣ ਜਾਂਦੇ ਲੋਕ ਰੋਕਦੇ ਆ। ਫਿਰ ਕਾਰਪੋਰੇਸ਼ਨ ਵਾਲੇ ਕਹਿੰਦੇ ਜੀ ਤੁਸੀਂ ਆਪਣੇ ਆਪ, ਕਈ ਵਾਰੀ ਗੱਲ ਹੋਈ ਹੈ ਸਾਡੀ ਮੀਟਿੰਗ ਵਿੱਚ ਹੋਈ ਹੈ ਵੀ ਤੁਸੀਂ ਆਪ ਥੋੜ੍ਹੀ ਜਗ੍ਹਾ ਪ੍ਰੋਵਾਈਡ ਕਰਾਓ। ਫਿਰ ਸਾਡੇ ਕੋਲ ਇੱਧਰ ਫੇਸ 3 ਥੋੜ੍ਹੀ ਜਗ੍ਹਾ ਪਈ ਸੀ, ਉੱਥੇ ਫਿਰ ਜਿਹੜੇ ਅੱਜ ਕੱਲ੍ਹ ਕਿਉਂਕਿ ਸਾਰਾ ਹੀ ਡਿਵੈਲਪ ਹੋ ਚੁੱਕਿਆ, ਅੱਗੇ ਜਿੱਥੇ ਮਰਜ਼ੀ ਸੁੱਟ ਦਿੰਦੇ ਸੀ ਖਾਲੀ ਜਗ੍ਹਾ 'ਤੇ, ਸਾਰੀ ਡਿਵੈਲਪਮੈਂਟ ਹੋ ਚੁੱਕੀ ਹੈ। ਅਤੇ ਆਲੇ ਦੁਆਲੇ ਦੇ ਜਿੰਨੇ ਵੀ ਰੈਜ਼ੀਡੈਂਟ ਹੈਗੇ ਸਾਨੂੰ ਕੂੜਾ ਸੁੱਟਣ ਦੀ ਵੱਡੀ ਸਮੱਸਿਆ ਆਉਂਦੀ ਹੈ। ਤਾਂ ਕਰਕੇ ਕਈ ਵਾਰੀ ਕੂੜਾ ਝਾੜੂ ਲਗਾ ਕੇ ਉੱਥੇ ਰਹਿ ਜਾਂਦਾ, ਉਹ ਖਿਲਰ ਜਾਂਦਾ, ਇਹ ਲੱਗਦਾ ਕਿ ਝਾੜੂ ਲੱਗਿਆ ਨਹੀਂ। ਪਰ ਲੋਕ ਤਾਂ ਕਹਿ ਰਹੇ ਆ ਕਿ ਜੋ ਸਫਾਈ ਕਰਮਚਾਰੀ ਉਹ ਆ ਹੀ ਨਹੀਂ ਰਹੇਗੇ, ਨਾ ਤੇ ਉੱਥੇ ਝਾੜੂ ਲੱਗ ਰਿਹਾ ਹੈ ਨਾ ਕੋਈ ਵੀ ਆਸ-ਪਾਸ ਦੀ ਸਫਾਈ ਹੋ ਰਹੀ ਹੈ। ਨਹੀਂ ਜਾਂਦੇ ਆ ਸਫਾਈ ਵਾਲੇ, ਕਈ ਵਾਰੀ ਅਰਲੀ 6 ਵਜੇ ਜਾਂਦੇ ਆ, ਜਿਵੇਂ ਕਹ ਲਓ ਸਫਾਈ ਵਾਲੇ। ਤਾਂ ਲੋਕ ਘਰਾਂ 'ਚੋਂ ਬਾਹਰ ਨਹੀਂ, ਕਿਉਂਕਿ ਸਵੇਰ ਦਾ ਟਾਈਮ ਹੁੰਦਾ, ਹਰ ਇੱਕ ਨੇ ਜੌਬ ਤੇ ਜਾਣਾ, ਕਿਤੇ ਵੀ ਜਾਣਾ, ਕੰਮ ਤੇ ਜਾਣਾ। ਤਾਂ ਲੇਡੀਜ਼ ਵੀ ਬਿਜ਼ੀ ਹੁੰਦੀ ਹੈ, ਜੈਂਟਸ ਵੀ ਬਿਜ਼ੀ ਹੁੰਦੇ ਆ। ਤਾਂ ਸਵੇਰੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਕਿ ਸਾਨੂੰ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ 6 ਵਜੇ ਕੋਈ ਆਇਆ ਕਿ ਨਹੀਂ ਆਇਆ। ਤਾਂ ਉਸ ਤੋਂ ਬਾਅਦ ਕਈ ਲੋਕਾਂ ਦੀ ਤੁਹਾਨੂੰ ਮੈਂ ਦੱਸਣਾ ਚਾਹੂੰਗੀ, ਕਿ ਵੀ ਹਾਸਾ ਵੀ ਆਉਂਦਾ ਸੁਣ ਕੇ ਜੀ ਸਾਡੇ ਕੈਮਰੇ 'ਚ ਨਹੀਂ ਦਿਖਿਆ। ਫਿਰ ਜਦੋਂ ਅਸੀਂ ਉਹਨਾਂ ਕੋਲ ਜਾਂਦੇ ਆ, ਜਾ ਕੇ ਬਿਲਕੁਲ ਸੜਕ ਸਾਫ਼ ਪਈ ਹੁੰਦੀ ਹੈ। ਕਈ ਵਾਰੀ ਪਤਾ ਹੀ ਨਹੀਂ ਚੱਲਦਾ ਕਿ ਕੋਈ ਸਫਾਈ ਵਾਲੇ, ਕਈ ਵਾਰੀ ਹੋ ਜਾਂਦਾ ਵੀ ਛੁੱਟੀ ਹੋ ਜਾਂਦੀ, ਦੇਖੋ ਵੀ ਇਨਸਾਨ ਨੇ ਕੋਈ ਮਜਬੂਰੀ ਹੋ ਜਾਂਦੀ ਹੈ ਘਰਾਂ ਦੇ ਵਿੱਚ, ਅਦਰਵਾਈਜ਼ ਹੈ ਸਮੱਸਿਆ, ਪਰ ਇਸ ਨੂੰ ਮੈਂ ਸਮਝਦੀ ਹਾਂ ਥੋੜ੍ਹਾ ਜਿਹਾ। ਹਾਂਜੀ। ਤੇ ਇੱਕ ਸਾਨੂੰ ਸਮੱਸਿਆ ਦੱਸੀ ਗਈ ਹੈ, ਲੋਕ ਕਹਿ ਰਹੇ ਆ ਕਿ ਕੁਝ ਕੁ ਜਗ੍ਹਾ ਹੈਗੀ ਆ ਜਿੱਥੇ ਸੜਕਾਂ ਦੇ ਆਲੇ ਦੁਆਲੇ ਟਾਈਲਾਂ ਨਹੀਂ ਲੱਗੀਆਂ, ਜਿਹਦੇ ਕਰਕੇ ਉੱਥੇ ਕੂੜਾ ਵੀ ਸਿੱਟਿਆ ਜਾਂਦਾ ਵਾ ਤੇ ਉੱਥੇ ਘਾਹ ਉੱਗਿਆ ਪਿਆ ਏ। ਜਦੋਂ ਬਰਸਾਤ ਹੁੰਦੀ ਹੈ ਉਦੋਂ ਪਾਣੀ ਖੜ ਜਾਂਦਾ ਹੈ, ਤਾਂ ਲੋਕ ਉਹ ਵੀ ਬਹੁਤ ਦਿੱਕਤ ਦੇਖ ਰਹੇ ਆ। ਹਾਂਜੀ, ਜਿਹੜੇ ਤੁਸੀਂ ਟਾਈਲਾਂ ਦੀ ਗੱਲ ਕਰਦੇ, ਮੇਰੇ ਖਿਆਲ ਮੇਰੀ ਇੱਕ ਕਲੋਨੀ ਰਹਿ ਗਈ ਹੋਊਗੀ ਟਾਈਲਾਂ ਲਾਉਣ ਨੂੰ ਤਾਂ। ਤੇ ਉਸ ਤੋਂ ਬਾਅਦ ਇਹ ਹੁੰਦਾ ਕਿ ਕਈ ਵਾਰੀ ਫੰਡ ਘੱਟ ਜਾਂਦੇ ਸਾਡੇ, ਕਿਉਂਕਿ ਅਸੀਂ ਡਿਵੈਲਪਮੈਂਟ ਤਕਰੀਬਨ ਮੇਰੇ ਵਾਰਡ 'ਚ ਕਾਫੀ ਹੋਈ ਹੈ, ਕੋਈ ਮੇਰਾ ਏਰੀਆ ਰਹਿਆ ਨਹੀਂ, ਵਰਕ ਆਰਡਰ ਹੋ ਚੁੱਕੇ ਹੋਏ ਆ। ਤੇ ਇਹ ਹੈ ਵੀ ਕੰਮ ਸ਼ੁਰੂ ਹੋ ਕੇ ਜਦੋਂ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ, ਠੇਕੇਦਾਰਾਂ ਨੇ ਕੰਮ ਬੰਦ ਕੀਤਾ ਕਿਉਂਕਿ ਉਹਨਾਂ ਨੂੰ ਪਿੱਛੋਂ ਪੇਮੈਂਟ ਨਹੀਂ ਆ ਰਹੀ। ਕਿ ਮੇਰੇ ਵੱਲੋਂ ਕੋਈ ਦਿੱਕਤ ਨਹੀਂ, ਮੇਰੇ ਵੱਲੋਂ ਕੋਈ ਮੁਸ਼ਕਿਲ ਨਹੀਂ, ਜਾਂ ਮੇਰੇ ਵੱਲੋਂ ਕੋਸ਼ਿਸ਼ਾਂ ਪੂਰੀਆਂ ਜਾਰੀ ਕਿ ਐਂਡ ਹੁੰਦਾ ਕਿ ਵਰਕ ਆਰਡਰ ਹੋ ਗਏ, ਠੀਕ ਹੈ ਜੀ, ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ। ਪਰ ਹੁਣ ਸਾਡੇ ਵਾਰਡ 'ਚ ਕੀ ਹੋ ਰਿਹਾ ਕਿ ਹਰ ਕੰਮ ਥੋੜ੍ਹਾ ਜਿਹਾ ਸ਼ੁਰੂ ਕਰਕੇ, ਕਿਤੇ ਕੋਈ ਸੀਵਰੇਜ ਦਾ, ਕਿਤੇ ਵਾਟਰ ਸਪਲਾਈ ਦਾ, ਕਿਤੇ ਸੜਕਾਂ ਦਾ ਸ਼ੁਰੂ ਕਰਕੇ ਬੰਦ ਕੀਤੇ ਹੋਏ ਆ। ਹੁਣ ਜਦੋਂ ਅਸੀਂ ਪੁੱਛਦੇ ਹਾਂ ਜੀ, ਉਹ ਕਹਿੰਦੇ ਜੀ ਸਭ ਫੰਡਸ ਹੈ ਨਹੀਂ ਗੇ। ਜਦੋਂ ਸਾਡੀ ਸਰਕਾਰ ਸੀਗੀ ਤਾਂ ਮੇਅਰ ਸਾਹਿਬ ਜਾ ਕੇ ਫੰਡਸ ਲਿਆ ਕੇ ਕਾਂਟਰੈਕਟਰਸ ਨੂੰ ਦਿੰਦੇ ਸੀਗੇ, ਤਾਂ ਉਹ ਸਾਡਾ ਕੰਮ
ਰੈਗੂਲਰ ਕੰਟੀਨਿਊ ਚੱਲਦਾ ਰਹਿੰਦਾ ਸੀਗਾ। ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਬਰਸਾਤ ਦੇ ਵਿੱਚ ਘਾਹ ਹੋ ਜਾਂਦਾ ਹੈ, ਸਾਡੇ ਕੋਲ ਹਫਤੇ 'ਚ ਮੇਰੇ ਕੋਲ ਇੱਕ ਦਿਨ ਬੁੱਧਵਾਰ ਆਉਂਦੀ ਹੈ ਹਾਰਟੀਕਲਚਰ ਦੀ ਵਾਰੀ। ਇੱਕ ਟਰਾਲੀ ਹੁੰਦੀ ਹੈ, 5-6 ਜਿਹੜੇ ਸਾਡੇ ਮੁਲਾਜ਼ਮ ਨੇ, ਚਾਹੇ ਤਾਂ ਮੈਨੂਅਲ ਕਰਾ ਲਓ ਚਾਹੇ ਉਹਨਾਂ ਤੋਂ ਮਸ਼ੀਨ ਨਾਲ ਕਰਵਾ ਲਓ। ਤਾਂ ਜੇ ਅਸੀਂ ਮੈਨੂਅਲ ਲਾਉਣੇ ਫਿਰ ਟਰਾਲੀ ਨਹੀਂ ਭਰੀ ਜਾਂਦੀ, ਕਿਉਂਕਿ ਹਫਤੇ 'ਚ ਇੱਕ ਦਿਨ ਤੁਸੀਂ ਦੇਖੋ ਜੀ ਪਾਰਕਾਂ 'ਚ ਸਭ ਤੋਂ ਜ਼ਿਆਦਾ ਹੁੰਦਾ, ਕਿਉਂਕਿ ਜਿਹੜੀਆਂ ਸਾਡੀਆਂ ਅਨਪਲਾਨਡ ਕਾਲੋਨੀਜ਼ ਆ ਉੱਥੇ ਤਾਂ ਪਾਰਕ ਕੋਈ ਹੈ ਹੀ ਨਹੀਂ ਆ। ਜਿਹੜਾ ਪੁੱਡਾ ਫਰੂਟ ਆ ਉੱਥੇ ਪਾਰਕ ਹੈਗੇ ਆ, ਤਾਂ ਉੱਥੇ ਫਿਰ ਸਾਨੂੰ ਵੀ ਧਿਆਨ ਦੇਣਾ ਪੈਂਦਾ। ਮੁਲਾਜ਼ਮਾਂ ਦੀ ਸ਼ਾਰਟੇਜ ਕਰਕੇ ਸਾਨੂੰ ਸਮੱਸਿਆ ਆ ਰਹੀ ਹੈ। ਤੇ ਜਿਵੇਂ ਤੁਸੀਂ ਕਿਹਾ ਹੈ ਕਿ ਕੰਮ ਸ਼ੁਰੂ ਕਰਕੇ ਬੰਦ ਕੀਤਾ ਗਿਆ, ਪਰ ਲੋਕ ਕਹਿੰਦੇ ਸਾਨੂੰ ਸਾਲ 1.5 ਸਾਲ ਹੋ ਗਿਆ ਇਹਨਾਂ ਮੁਸ਼ਕਿਲਾਂ ਨੂੰ ਜੂਝਦਿਆਂ ਨੂੰ, ਸਾਡਾ ਕੋਈ ਹੱਲ ਨਹੀਂ ਹੋਇਆ। ਇਹ ਕੋਈ ਨਵੀਂ ਨਹੀਂ ਹੈ ਕਿ ਹੁਣੀ ਮੁਸ਼ਕਿਲਾਂ ਸ਼ੁਰੂ ਹੋਈਆਂ ਨੇ, ਲੋਕ ਪਿਛਲੇ ਲੰਮੇ ਸਮੇਂ ਤੋਂ ਇਹ ਮੁਸ਼ਕਿਲਾਂ ਦੇਖ ਰਹੇ ਨੇ ਤੇ ਉਹਨਾਂ ਦਾ ਹੱਲ ਨਹੀਂ ਹੋ ਰਿਹਾ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਦੇਖੋ ਜੀ ਤੁਸੀਂ ਖੁਦ ਸੋਚੋ, ਸਾਡਾ ਸਾਲ ਦਾ ਕੋਟਾ ਵਾ, ਠੀਕ ਹੈ, ਅਸੀਂ 1 ਸਾਲ 'ਚ ਉਨਾ ਪੈਸਾ ਲਾਉਣਾ, ਫਿਰ ਜਿੰਨਾ ਸਾਡਾ ਕੰਮ ਹੋ ਗਿਆ ਠੀਕ ਹੈ, ਫਿਰ ਨੈਕਸਟ ਈਅਰ ਕੋਟਾ ਆਊਗਾ। ਹੁਣ ਜਦੋਂ ਫਿਰ ਫਾਈਲ ਤਿਆਰ ਹੋਣ ਨੂੰ ਤੁਸੀਂ ਮਿਨੀਮਮ 6-7 ਮੰਥ ਲਗਾ ਲਓ, ਠੀਕ ਹੈ। ਉਹ ਫਿਰ ਜਦੋਂ ਸਾਲ ਦੀ ਸਾਲ ਜਦੋਂ ਪੈਸੇ ਆਉਣਗੇ ਤਾਂ ਫਿਰ ਉਦੋਂ ਹੀ ਫਾਈਲ ਕੱਢਾਂਗੇ ਨਾ ਜੀ। ਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਖੱਟ ਗਈ, ਲੋਕ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਤੁਸੀਂ ਕਹਿ ਰਹੇ ਹੋ ਮੇਰੀ ਮਿਆਦ ਖਤਮ ਹੋ ਗਈ ਹੈ। ਬਿਲਕੁਲ ਨਹੀਂ, ਮੈਂ ਕਿਹਾ ਮੇਰੇ ਮੂੰਹ ਤੇ ਲਿਆ ਕੇ ਕਰ ਖੜਾ, ਮੇਰੇ ਮੂੰਹ ਤੇ ਲੈ ਕੇ ਆਓ ਇਸ ਜੇ ਬੰਦੇ ਨੇ ਜਿਹੜੇ ਕਹਿੰਦੇ ਮੇਰੀ ਮੈਨੂੰ, ਮੈਂ ਪਾਗਲ ਆ, ਮੈਨੂੰ ਨਹੀਂ ਪਤਾ ਹਾਲੇ ਇਲੈਕਸ਼ਨ ਨਹੀਂ ਹੋਈ, ਕਿਉਂ ਮੇਰੀ ਮਿਆਦ ਖਤਮ ਹੋ ਜਾਏਗੀ। ਸਾਨੂੰ ਲੋਕਾਂ ਨੇ ਜਵਾਬ ਦਿੱਤਾ ਨੇ ਕਿ ਜਦੋਂ ਗੱਲ ਕਰਨ ਆ ਕੇ ਜਦੋਂ ਤੁਹਾਡੇ ਨਾਲ ਗੱਲ ਕਰਦੇ ਨੇ ਉਹ ਕਿ ਸਾਨੂੰ ਆ ਸਮੱਸਿਆ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਮੇਰੀ ਮਿਆਦ ਖਤਮ ਹੋ ਗਈ ਹੈ, ਹੁਣ ਇਲੈਕਸ਼ਨਸ ਹੋਣਗੇ ਉਸ ਤੋਂ ਬਾਅਦ ਦੇਖਿਆ ਜਾਊਗਾ। ਉਹ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਮੈਂ ਇਦਾਂ ਨਹੀਂ ਗੱਲ ਹੈਗੀ, ਇਹ ਹੋ ਜਾਂਦਾ ਹੈ ਕਿਉਂਕਿ ਹੁਣ ਦੇਖੋ FNCC ਦੀ ਮੀਟਿੰਗ ਸਾਡੀ ਹੋਈ ਹੈ, ਮੇਬੀ ਇੱਕ ਹੋਰ ਹੋ ਜੂਗੀ, ਵੱਧ ਤੋਂ ਵੱਧ ਇਹ ਹੋ ਜੂਗੀ। ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਜਿਹੜਾ ਫਾਈਨਲ ਸਾਡਾ ਫਾਈਲ ਦਾ ਜਿਹੜਾ ਪ੍ਰੋਸੀਜਰ ਹੈਗਾ ਉਹ FNCC ਦੇ ਵਿੱਚੋਂ ਨਿਕਲਣਾ, ਉਸ ਤੋਂ ਬਾਅਦ ਹੀ ਟੈਂਡਰ ਹੈ ਜਾਂ ਏਜੰਡਾ ਜੋ ਵੀ ਹੈਗਾ ਤੁਹਾਨੂੰ ਪਤਾ ਸਾਰਾ ਹੈ ਨਾ। ਤਾਂ ਇੰਨਾ ਤਾਂ ਅਸੀਂ ਕਹਿ ਸਕਦੇ ਨਾ, ਜੇ ਅਸੀਂ ਪ੍ਰੋਸੀਜਰ ਸਮਝਾਉਂਦੇ ਦਾ ਮਤਲਬ ਇਹ ਥੋੜੀ ਕਿ ਮੇਰੀ ਮਿਆਦ ਖਤਮ ਹੋ ਗਈ, ਅਸੀਂ ਵੀ ਸਿੱਧੀ ਗੱਲ ਕਰ ਲਿਆ ਕਰਾਂਗੇ ਲੀਡਰ ਵਾਂਗੂ ਜਾਂ ਲਾਰੇ ਲਾਵਾਂਗੇ ਜਾਂ ਕੁਝ ਕਰਾਂਗੇ। ਅਸੀਂ ਤਾਂ ਸਮਝਾਉਂਦੇ ਆ ਉਹਨਾਂ ਨੂੰ ਵੀ ਆਹ ਟਾਈਮ ਹੈ, ਇੰਨਾ ਕੁ ਟਾਈਮ ਰਹਿ ਗਿਆ, ਜਿਹੜੀ ਸਾਡੀ ਫਾਈਲ ਨਿਕਲ ਜੂਗੀ ਠੀਕ ਆ, ਅਦਰਵਾਈਜ਼ ਫਿਰ ਨੈਕਸਟ ਟਰਮ ਵਿੱਚ ਹੀ ਜਾਊਗੀ। ਪਰ ਉਹੀ ਜਿਹੜੀ ਕਿਉਂਕਿ ਮਾਰਕੀਟ ਏਰੀਆ ਸੀਗਾ ਉੱਥੇ ਸਾਫ਼ ਸਫਾਈ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ, ਤੇ ਜਿਹੜਾ ਬਾਗਬਾਨੀ ਵਾਲਾ ਏਰੀਆ ਸੀਗਾ ਉੱਥੇ ਵੀ ਟੈਲਾਂ ਦੀ ਕਾਫੀ ਦਿੱਕਤ ਆ ਰਹੀ ਹੈ। ਤਾਂ ਹਰ ਇੱਕ ਜਗ੍ਹਾ ਲੋਕ ਕੋਈ ਨਾ ਕੋਈ ਦਿੱਕਤ ਦੇਖ ਰਹੇ ਨੇ। ਤਾਂ ਜੇਕਰ ਤੁਹਾਨੂੰ ਕੋਈ ਕਹਿਣ ਆਉਂਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪੂਰਾ ਰੀਜ਼ਨ ਦੇਣਾ ਚਾਹੀਦਾ ਹੈ, ਪੂਰਾ ਠੋਸ ਜਵਾਬ ਦੇਣਾ ਚਾਹੀਦਾ ਹੈ ਕਿ ਉਹਦੇ ਪਿੱਛੇ ਦੀ ਦਿੱਕਤ ਕੀ ਹੈ, ਉਹਦੇ ਪਿੱਛੇ ਦੇ ਕਾਰਨ ਕੀ ਹੈ, ਤਾਂ ਜੋ ਲੋਕ ਜੋ ਤੁਹਾਡੀ ਵੀ ਕੋਈ ਕੰਡੀਸ਼ਨ ਹੋਏਗੀ ਕਿ ਉਹਨੂੰ ਵੀ ਸਮਝਣ। ਮਾਰਕੀਟ ਕਿਹੜੀ ਦੀ ਗੱਲ ਕਰ ਰਹੇ ਹੋ? ਜਿਹੜੀ ਮਾਰਕੀਟ ਆਂਦੀ ਹੈ ਗੁਰੂ ਗਿਆਨ ਵਿਹਾਰ ਵਾਲੀ, ਗੁਰੂ ਗਿਆਨ ਵਿਹਾਰ ਰੋਡ ਤੇ ਮਾਰਕੀਟ, ਅਸੀਂ ਟਾਈਲਾਂ ਲਗਵਾਈਆਂ ਅਸੀਂ, ਉੱਥੇ ਸਫਾਈ ਦੀ ਦਿੱਕਤ ਆ ਰਹੀ ਹੈ। ਦੇਖੋ ਜਿਹੜੀ ਮੇਨ ਰੋਡ ਆ ਨਾ, ਅਸੀਂ ਵੀ ਤੁਸੀਂ ਵੀ ਜਾ ਕੇ ਆਏ ਹੋਵੋਗੇ, ਤੁਹਾਨੂੰ ਲੱਗਿਆ ਉੱਥੇ ਕੋਈ ਕੂੜਾ ਪਿਆ ਜਾਂ ਗੰਦਗੀ ਪਈ ਆ? ਬਿਲਕੁਲ ਸੀਗਾ, ਉੱਥੇ ਆਸ-ਪਾਸ ਘਾਹ ਵੀ ਉੱਗਿਆ ਹੋਇਆ ਸੀਗਾ, ਕਾਫੀ ਕੂੜਾ ਕਰਕਟ ਹੋ ਗਿਆ। ਦੇਖੋ ਤੁਹਾਨੂੰ ਮੈਂ ਦੱਸਿਆ ਜੀ, ਸਾਡੇ ਕੋਲ 5-6 ਮੁਲਾਜ਼ਮ ਨੇ, ਚਾਹੇ ਮੈਨੂਅਲ ਕਰਾ ਲਓ ਚਾਹੇ ਮਸ਼ੀਨ ਲਵਾ ਲਓ, ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਹੈ। ਬੁੱਧਵਾਰ ਇੱਕ ਦਿਨ ਮੇਰੇ ਕੋਲ ਆਉਂਦਾ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿੰਦੇ ਕੂੜਾ ਪਿਆ ਸੀ, ਉਹੀ ਦਿੱਕਤ ਆ ਗਈ ਨਾ ਕਿ ਕਈ ਵਾਰੀ ਚੱਕਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਢੇਰੀ ਲਾ ਗਏ, ਚੱਕਣ ਵਿੱਚ ਥੋੜਾ ਲੇਟ ਹੋ ਗਿਆ ਜਾਂ ਅੱਗੋਂ ਟਰਾਲੀ ਭਰ ਕੇ ਕਿੱਥੇ ਸੁੱਟਣਾ, ਇਦਾਂ ਦਿੱਕਤ ਆ ਜਾਂਦੀ ਹੈ। ਬਾਕੀ ਜਿਹੜੀ ਲੋਕਾਂ ਦੀ ਸਾਫ਼ ਸਫਾਈ ਦੀ ਦਿੱਕਤ ਆ ਰਹੀ ਹੈ ਨਾ, ਜੇਕਰ ਮਤਲਬ ਤੁਸੀਂ ਸਹੀ ਤਰੀਕੇ ਨਾਲ ਲੋਕਾਂ ਨੂੰ ਦੱਸ ਦਿਓ ਨਾ ਕਿ ਆਹ ਪ੍ਰੋਸੀਜਰ ਹੈ, ਜੋ ਵੀ ਤੁਸੀਂ ਦਿੱਕਤਾਂ ਦੇਖ ਰਹੇ ਹੋ, ਜੇਕਰ ਤੁਸੀਂ ਉਹ ਲੋਕਾਂ ਨੂੰ ਦੱਸੋਗੇ ਤਾਂ ਲੋਕ ਤੁਹਾਡੀ ਵੀ ਕੰਡੀਸ਼ਨ ਸਮਝਣਗੇ। ਨਹੀਂ ਮੈਮ, ਅਸੀਂ ਨਾ ਦੇਖੋ ਮੀਟਿੰਗਸ ਵੀ ਕਰਦੇ ਹਾਂ, ਜਾਣਦੇ ਵੀ ਹਾਂ, ਫੋਨ ਤੇ ਵੀ ਗੱਲਾਂ ਹੁੰਦੀਆਂ ਨੇ, ਅਸੀਂ ਇਹਨਾਂ ਨੂੰ ਇਹੀ ਗੱਲ ਸਮਝਾਉਂਦੇ ਹਾਂ ਵੀ ਠੀਕ ਹੈ, ਪਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਸਫਾਈ ਦੀ ਦਿੱਕਤ ਮੇਰੇ ਵਾਰਡ ਦੇ ਵਿੱਚ ਹੈਗੀ ਆ। ਬਸ ਇਹੀ ਦਿੱਕਤ ਹੈ ਕਿ ਕਈ ਵਾਰੀ ਮਤਲਬ ਉਹਨੂੰ ਜਿਹੜਾ ਕਿ ਜਿਵੇਂ ਹੁਣ ਸਾਡੇ ਕੰਪੈਕਟਰ ਨਹਿਰ ਤੋਂ ਪਾਰ ਬਣਿਆ, ਉੱਥੇ ਕਈ ਵਾਰੀ ਤੁਹਾਨੂੰ ਪਤਾ ਧਰਨੇ ਵੀ ਲੱਗੇ ਆ, ਉਧਰਲੇ ਏਰੀਆ ਦੇ ਕੌਂਸਲ ਕਹਿੰਦੇ ਜੀ ਇੱਥੇ ਨਹੀਂ ਸੁੱਟਣਾ, ਹੈ ਨਾ। ਉਹ ਟਰਾਲੀ ਭਰ ਕੇ ਕਿੱਥੇ ਜਾਵੇ ਦੱਸੋ ਤੁਸੀਂ। ਤੇ ਜਿਹੜੀ ਬਾਗਬਾਨੀ ਦੀ ਗੱਲ ਕਰ ਲਈ, ਕਟਿੰਗ ਆ, ਉਹ ਕਦੀ ਹੈਬੋਵਾਲ, ਕਦੀ ਆਈ ਥਿੰਕ ਉਧਰ ਜਾਂਦੇ ਆ ਇਹ ਜਲੰਧਰ ਬਾਈਪਾਸ, ਕਦੀ ਕਿਤੇ ਜਾਂਦੇ ਆ। ਹੁਣ ਤੁਸੀਂ ਦੱਸੋ ਵੀ ਇੱਕ ਦਿਨ ਦੇ ਵਿੱਚ ਕਿੰਨੇ ਗੇੜੇ ਲਾ ਲੂਗਾ ਟਰਾਲੀ ਵਾਲਾ, ਫਿਰ ਉਹ ਕਟਿੰਗ ਵੀ ਉਹ ਗੰਦੀ ਲੱਗਦਾ ਆਪਾਂ ਨੂੰ ਪਿਆ ਵੀ ਗੰਦਗੀ ਹੈ ਨਾ। ਹੁਣ ਅਸੀਂ ਪਰਸੋਂ ਅਸੋਗਾ ਦੀ ਸੜਕ ਜਾਂਦੀ, ਜਿੱਥੇ ਆਪਣੇ ਰਾਗੀ ਰਹਿੰਦੇ ਨੇ ਦਵਿੰਦਰ ਸਿੰਘ ਸੋਢੀ ਜੀ, ਕਾਫੀ ਮਸ਼ਹੂਰ ਰੋਡ ਹੈਗੀ ਆ ਉਹ, ਉੱਥੇ ਤੁਸੀਂ ਯਕੀਨ ਨਹੀਂ ਕਰਨਾ, ਮਤਲਬ ਕਿ 5-5 ਫੁੱਟ ਉੱਚੀਆਂ ਢੇਰੀਆਂ ਸੀਗੀਆਂ। ਤੇ ਅਸੀਂ ਚਲੋ ਮੈਂ ਖੁਦ ਗਈ, ਮੈਂ ਕਿਹਾ ਕਈ ਵਾਰੀ ਕੀ ਹੁੰਦਾ ਮੁਲਾਜ਼ਮ ਮੈਨੂੰ ਫਿਰ ਇੱਧਰ ਉੱਧਰ ਫੋਨ ਆ ਜਾਂਦਾ, ਚਲੇ ਜਾਂਦੇ ਮੈਡਮ ਜੀ ਸਾਨੂੰ ਕਮਿਸ਼ਨਰ ਨੇ ਬੁਲਾ ਲਿਆ, ਉਹਨਾਂ ਦੀ ਵੀ ਮਜਬੂਰੀ ਕਈ ਵਾਰੀ ਹੋ ਜਾਂਦੀ ਹੈ ਨਾ, ਉੱਪਰੋਂ ਕਈ ਵਾਰੀ ਸਿਫਾਰਿਸ਼ ਆ ਗਈ। ਚਲੋ ਫਿਰ ਮੈਂ ਕਿਹਾ ਮੈਂ ਖੁਦ ਜਾ ਕੇ ਦੇਖਾਂ ਵੀ ਕੀ ਹੈਗਾ। ਪਰ ਉੱਥੇ ਇਹ ਹੋਇਆ ਕਿ ਅਸੀਂ ਕੋਲ ਖੜੇ, JCB ਆਈ, ਉਹ ਖੰਭਾ ਹੈਗਾ ਵੱਡਾ, ਉਹਨੂੰ ਐ ਤਾਰਾਂ ਪਾ ਕੇ ਖਿੱਚਿਆ ਹੋਇਆ, ਵੱਡੀ JCB ਨਾਲ ਨਹੀਂ ਕੰਮ ਬਣਿਆ। ਨੈਕਸਟ ਡੇ ਅਸੀਂ ਛੋਟੀ ਮੰਗਾਈ ਔਰ ਉਹ ਵਿੱਚ ਬਿਲਕੁਲ ਉਹਨੂੰ ਪੇੜ ਤੱਕ ਕੀ ਕਹਿੰਦੇ ਆ ਪੋਲ ਤੱਕ, ਇਲੈਕਟ੍ਰਿਕ ਪੋਲ ਤੱਕ ਕਲੀਅਰ ਕਰਕੇ ਤੁਸੀਂ ਦੇਖੋ ਬਿਲਕੁਲ ਸਾਫ਼ ਏਰੀਆ ਲੱਗਿਆ ਹੋਇਆ ਉੱਥੇ।
ਹਾਂਜੀ ਲੋਕਾਂ ਨੇ ਕਿਹਾ ਕਿ ਤੁਸੀਂ ਕੰਮ ਤਾਂ ਕਰਵਾਇਆ, ਬਸ ਮੇਨਟੇਨੈਂਸ ਦੀ ਜਿਹੜੀ ਆ ਉਹ ਕਮੀ ਆ ਰਹੀ ਹੈ। ਆਈ ਨੋ ਬਸ ਫਿਰ ਮੈਮ ਹੁਣ ਤੁਹਾਨੂੰ ਮੈਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ, ਹੁਣ ਸਰਕਾਰ ਵੀ ਦੂਜੀ ਆ ਗਈ ਹੈ। ਕਈ ਵਾਰੀ ਇਹ ਹੁੰਦਾ ਕਿ ਜਦੋਂ ਇੱਥੇ ਦੇ ਐਮਐਲਏ ਸਾਹਿਬ ਨੇ, ਦੇਖੋ ਵੀ ਜਿੱਤੇ ਹੋਏ ਨੇ, ਉਹਨਾਂ ਨੂੰ ਵੋਟਾਂ ਲਈਆਂ ਨੇ, ਫਿਰ ਉਹਨਾਂ ਨੇ ਵੀ ਮੁਲਾਜ਼ਮਾਂ ਤੋਂ ਆਪਣੇ ਹਿਸਾਬ ਨਾਲ ਕੰਮ ਕਰਾਉਣਾ। ਕਈ ਵਾਰੀ ਇਹ ਹੁੰਦਾ ਵੀ ਮੁਲਾਜ਼ਮ ਇਕੱਠੇ, ਜਿਵੇਂ ਮੈਂ ਵੀ ਦੀਵਾਲੀ ਦੇ ਦਿਨਾਂ 'ਚ ਇਹੀ ਕਰਦੇ ਨੇ, ਇਕੱਠੇ ਮੁਲਾਜ਼ਮ ਇੱਕ ਕਲੋਨੀ ਚਲਾਏ, ਦੂਜੀ ਚਲਾਏ, ਤੀਜੀ ਚਲਾਏ, ਤਾਂ ਕਿ ਦੀਵਾਲੀ ਵੇਲੇ ਕਿਸੇ ਨੂੰ ਗੰਦਗੀ ਤੇ ਕੋਈ ਪ੍ਰੋਬਲਮ ਨਾ ਆਵੇ। ਤੇ ਇਸੇ ਤਰ੍ਹਾਂ ਕਈ ਵਾਰੀ ਐਮਐਲਏ ਸਾਹਿਬ ਨੂੰ ਵੀ ਹੁਣ ਦੇਖੋ ਲੋਕਾਂ ਨੂੰ ਦੇਖਣਾ ਪੈਂਦਾ, ਫਿਰ ਸਾਨੂੰ ਆਪੋਜੀਸ਼ਨ 'ਚ ਹੈਗੇ ਆ, ਥੋੜੀ ਦਿੱਕਤ ਫਿਰ ਆ ਜਾਂਦੀ ਹੈ ਇਸੇ ਤਰੀਕੇ ਨਾਲ। ਹਾਂਜੀ ਠੀਕ ਹੈ ਜੀ। ਸਾਡੇ ਨਾਲ ਮੌਜੂਦ ਸੀਗੇ ਬਰਜਿੰਦਰ ਕੌਰ, 45 ਨੰਬਰ ਵਾਰਡ ਦੇ ਕਾਉਂਸਲਰ। ਅਸੀਂ ਹੋਰ ਵੀ ਵਾਰਡ ਦੇ ਵਿੱਚ ਆਵਾਂਗੇ, ਜਾਣਾਂਗੇ ਲੋਕਾਂ ਤੋਂ ਕਿ ਉਹਨਾਂ ਦੇ ਲਈ ਉਹਨਾਂ ਦਾ ਕਾਉਂਸਲਰ ਫੇਲ ਹੈ ਜਾਂ ਪਾਸ ਹੈ, ਮੁਸ਼ਕਿਲਾਂ ਹੱਲ ਹੋਈਆਂ ਨੇ ਜਾਂ ਫਿਰ ਲੋਕ ਹਜੇ ਵੀ ਦਿੱਕਤਾਂ ਦੇਖ ਰਹੇ ਨੇ। ਤੁਸੀਂ ਦੇਖਦੇ ਰਹੋ ਲੁਧਿਆਣਾ ਹਾਈਲਾਈਟਸ। ਧੰਨਵਾਦ।